फ्रेंड्स वेलकम यू ऑल ऑन माई चैनल स्टडी विद पैशन। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 9th ਮੈਥ ਦੀ ਵੀਕਲੀ ਪ੍ਰੈਕਟਿਸ ਸ਼ੀਟ 11। ਇਸ ਪ੍ਰੈਕਟਿਸ ਸ਼ੀਟ ਦੇ ਵਿੱਚ ਜੋ ਟੌਪਿਕਸ ਆ ਸਾਨੂੰ ਉਹ ਹੈਗੇ ਨੇ ਅਲਜੈਬਰਿਕ ਐਕਸਪ੍ਰੈਸ਼ਨਸ ਐਂਡ ਆਇਡੈਂਟੀਟੀਜ਼ ਐਂਡ ਸੋ ਸੈਕੰਡ ਟੌਪਿਕ ਹੈ ਉਹ ਹੈ ਸਾਡੇ ਕੋਲ ਏਰੀਆ ਐਂਡ ਵੋਲਿਊਮ। ਪਹਿਲਾ ਹੈ ਜੀ ਬੀਜਗਣਿਤਿਕ ਵਿਅੰਜਕ ਅਤੇ ਤਤਸਮਕ ਐਂਡ ਦੂਸਰਾ ਹੈ ਖੇਤਰਫਲ ਅਤੇ ਆਇਤਨ। ਸੋ ਸਟਾਰਟ ਕਰਦੇ ਹਾਂ ਜੀ ਕੁਐਸਚਨਸ। ਪਹਿਲਾ ਕੁਐਸਚਨ ਹੈ ਗੈਰ ਸਿਫਰ ਅਚਲ ਬਹੁਪਦ ਦੀ ਘਾਤ ਕਿੰਨੀ ਹੈ? ਤੇ ਇਹਦੀ ਘਾਤ ਦੱਸਣੀ ਹੈ ਵਟ ਇਜ਼ ਅ ਡਿਗਰੀ ਆਫ ਨੋਨ ਜ਼ੀਰੋ ਕੌਨਸਟੈਂਟ ਪੋਲੀਨੋਮੀਅਲ। ਆਪਾਂ ਇਹਨੂੰ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਬੇਟਾ। ਪਹਿਲਾਂ ਕੀ ਹੈ ਬੇਟਾ, ਉਹਨਾਂ ਨੇ ਗੈਰ ਸਿਫਰ ਮਤਲਬ ਸਿਫਰ ਨਹੀਂ ਹੋਣਾ ਚਾਹੀਦਾ, ਜ਼ੀਰੋ ਨਹੀਂ ਹੋਣਾ ਚਾਹੀਦਾ। ਫਿਰ ਕੀ ਕਹਿ ਰਿਹਾ ਜੀ ਅਚਲ ਬਹੁਪਦ। ਅਚਲ ਬਹੁਪਦ ਕੀ ਹੁੰਦਾ? ਜਿਵੇਂ ਕੋਈ ਸੰਖਿਆ, ਜਿਵੇਂ ਮੰਨ ਲਓ ਮੈਨੇ ਲੈ ਲਈ 3 ਲੈ ਲਈ, ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਹੈ ਰਜੇ? ਅਚਲ ਬਹੁਪਦ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਵੇਰੀਏਬਲ ਨਹੀਂ ਹੈ। ਤਾਂ ਇੱਥੇ ਆਪਾਂ ਕੀ ਲਿਖ ਸਕਦੇ ਹਾਂ? ਇਹਦੇ ਨਾਲ x ਦੀ ਘਾਤ 0 ਲਿਖ ਸਕਦੇ ਹਾਂ ਕਿਉਂਕਿ ਕੋਈ ਵੀ ਵੇਰੀਏਬਲ ਵੈਸੇ ਤਾਂ ਇਹਦੇ ਵਿੱਚ ਦਿੱਤਾ ਨਹੀਂ ਹੋਇਆ। ਅਤੇ x ਦੀ ਘਾਤ 0 ਮਤਲਬ ਕਿਸੇ ਵੀ ਸੰਖਿਆ ਦੀ ਘਾਤ 0 ਸਾਨੂੰ ਪਤਾ ਹੈ ਕਿੰਨੀ ਹੁੰਦੀ ਹੈ? 1 ਹੁੰਦੀ ਹੈ। ਤਾਂ ਹੁਣ ਇਸ ਆਪਣੇ ਕੋਲ ਇਸ ਬਹੁਪਦ ਦੀ ਘਾਤ ਇੱਥੇ ਕੁਐਸਚਨ ਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਰਜੇ ਕਿੰਨੀ ਆ ਰਹੀ ਹੈ। ਦੇਖੋ 0 ਆ ਰਹੀ ਹੈ। ਤਾਂ ਆਪਾਂ ਕੀ ਕਹਿ ਸਕਦੇ ਹਾਂ? ਗੈਰ ਸਿਫਰ ਅਚਲ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ? 0 ਹੁੰਦੀ ਹੈ। ਤਾਂ ਇਸ ਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਗੈਰ ਸਿਫਰ ਅਚਲ ਬਹੁਪਦ ਦੀ ਘਾਤ ਆਲਵੇਜ਼ ਕਿੰਨੀ ਹੋਊਗੀ ਬੇਟਾ? 0। ਨੈਕਸਟ ਕੁਐਸਚਨ ਹੈ ਜੀ ਕਿਊ ਜ਼ੈਡ ਬਰਾਬਰ ਪੀ ਜ਼ੈਡ ਪਲਸ ਆਰ। ਇਹਦਾ ਹੱਲ ਦੱਸਣਾ ਕੀ ਹੋਵੇਗਾ? ਹੁਣ ਆਪਾਂ ਨੂੰ ਦਿੱਤਾ ਰਜੇ ਕਿਊ ਬ੍ਰੈਕਟ 'ਚ ਦਿੱਤਾ ਜ਼ੈਡ। ਇਹ ਬ੍ਰੈਕਟ 'ਚ ਜ਼ੈਡ ਦਾ ਕੀ ਮਤਲਬ ਹੈ ਵੀ ਜਿਹੜਾ ਇਹ ਬਹੁਪਦ ਹੈ ਉਹ ਕਿਹੜੇ ਚਲ ਦੇ ਵਿੱਚ ਹੈ, ਕਿਹੜੇ ਵੇਰੀਏਬਲ ਦੇ ਵਿੱਚ ਹੈ? ਜ਼ੈਡ ਚਲ ਦੇ ਵਿੱਚ ਹੈ, ਜ਼ੈਡ ਵੇਰੀਏਬਲ ਦੇ ਵਿੱਚ ਹੈਗਾ। ਤਾਂ ਕਿਊ ਜ਼ੈਡ ਬੇਟਾ ਆਪਾਂ ਨੂੰ ਦਿੱਤਾ ਹੋਇਆ ਪੀ ਜ਼ੈਡ ਪਲਸ ਆਰ ਦੇ। ਆਪਾਂ ਨੇ ਇਹਦਾ ਸੋਲਿਊਸ਼ਨ ਕੱਢਣਾ, ਹੱਲ ਕੱਢਣਾ। ਤਾਂ ਇਹਦਾ ਸੋਲਿਊਸ਼ਨ ਅਸੀਂ ਕਿਵੇਂ ਫਾਈਂਡ ਆਊਟ ਕਰਾਂਗੇ? ਇਹਨੂੰ 0 ਦੇ ਬਰਾਬਰ ਰੱਖ ਕੇ। ਤਾਂ ਕਿਊ ਜ਼ੈਡ ਨੂੰ ਅਸੀਂ 0 ਦੇ ਬਰਾਬਰ ਰੱਖ ਲੈਂਦੇ ਹਾਂ ਜੀ। ਕਿਊ ਜ਼ੈਡ ਬਰਾਬਰ 0। ਤਾਂ ਫਿਰ ਕਿਊ ਜ਼ੈਡ ਸਾਡੇ ਕੋਲ ਕਿਹਦੇ ਬਰਾਬਰ ਦਿੱਤਾ ਹੋਇਆ ਸਾਨੂੰ? ਪੀ ਜ਼ੈਡ ਪਲਸ ਆਰ ਦੇ। ਤਾਂ ਪੀ ਜ਼ੈਡ ਪਲਸ ਆਰ ਬਰਾਬਰ ਕਿਹਦੇ ਆ ਜਾਊਗਾ ਜੀ? 0 ਦੇ। ਤਾਂ ਦੇਖੋ ਹੁਣ ਆਰ ਇੱਧਰ ਪਲੱਸ ਦਾ ਬੇਟਾ, ਤਾਂ ਦੂਸਰੀ ਸਾਈਡ 'ਤੇ ਜਾ ਕੇ ਕੀ ਹੋ ਜਾਏਗਾ? ਉਹ ਮਾਈਨਸ ਦਾ। ਤਾਂ ਪੀ ਜ਼ੈਡ ਬਰਾਬਰ ਆ ਜਾਏਗਾ ਜੀ ਮਾਈਨਸ ਆਰ ਦੇ। ਹੁਣ ਜ਼ੈਡ ਦੇ ਨਾਲ ਦੇਖੋ ਪੀ ਇੱਧਰ ਗੁਣਾ 'ਚ ਹੈ, ਤਾਂ ਜਿਹੜਾ ਪੀ ਹੈ ਉੱਧਰਲੀ ਸਾਈਡ 'ਤੇ ਜਾ ਕੇ ਕੀ ਹੋ ਜਾਏਗਾ? ਡਿਵਾਈਡ। ਤਾਂ ਜ਼ੈਡ ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ? ਮਾਈਨਸ ਆਰ ਬਟਾ ਪੀ ਆ ਗਈ। ਤਾਂ ਇਹ ਇਸ ਬਹੁਪਦ ਦਾ ਕੀ ਆ ਗਿਆ ਰਜੇ? ਹੱਲ ਆ ਗਿਆ ਕਿ ਮਾਈਨਸ ਆਰ ਬਟਾ ਪੀ। ਤਾਂ ਸਾਡੇ ਕੋਲ ਸੈਕਿੰਡ ਆਪਸ਼ਨ ਇਸ ਦਾ ਸਹੀ ਆਨਸਰ ਆ ਜਾਏ। ਹਾਂਜੀ ਨੈਕਸਟ ਕੁਐਸਚਨ ਹੈ ਜੀ a ਪਲਸ b ਦਾ ਹੋਲ ਸਕੁਏਅਰ ਮਲਟੀਪਲਾਈਡ ਬਾਏ 2a ਮਾਈਨਸ b। ਇਹਨਾਂ ਦੋਨਾਂ ਦੀ ਮਲਟੀਪਲਾਈ ਕਰਕੇ ਦੱਸਣਾ ਰਜੇ ਕਿੰਨਾ ਆਏਗਾ। ਤਾਂ ਆਪਾਂ ਨੂੰ ਦਿੱਤਾ ਕੀ ਹੋਇਆ? a ਪਲਸ b ਦਾ ਸਕੁਏਅਰ ਇੰਟੂ 2a ਮਾਈਨਸ b। ਤਾਂ ਪਹਿਲਾਂ ਅਸੀਂ ਆਹ ਸਕੁਏਅਰ ਜਿਹੜਾ ਹੈਗਾ ਇਹਨੂੰ ਖੋਲ੍ਹ ਲੈਂਦੇ ਹਾਂ। ਸਾਡੇ ਕੋਲ ਫਾਰਮੂਲਾ ਹੁੰਦਾ ਰਜੇ a ਪਲਸ b ਦਾ ਹੋਲ ਸਕੁਏਅਰ ਕਾਹਦੇ ਬਰਾਬਰ ਹੁੰਦਾ? ਸਾਡੇ ਕੋਲ a ਸਕੁਏਅਰ ਪਲਸ b ਸਕੁਏਅਰ ਪਲਸ 2ab, ਠੀਕ ਹੈ ਜੀ, ਗੁਣਾ ਸਾਡੇ ਕੋਲ ਕਾਹਦੇ ਬਰਾਬਰ ਆ ਗਿਆ? 2a ਮਾਈਨਸ b। ਇਹ ਤਾਂ ਐਜ਼ ਇਟ ਇਜ਼ ਅਸੀਂ ਲਿਖਤਾ। ਤਾਂ ਹੁਣ ਅਸੀਂ ਕੀ ਕਰਾਂਗੇ? ਇਹਨਾਂ ਦੋਨੋਂ ਬ੍ਰੈਕਟਸ ਦੀ ਮਲਟੀਪਲਾਈ ਕਰਾਂਗੇ। ਤਾਂ ਦੇਖੋ ਪਹਿਲਾਂ ਮੈਂ ਪਹਿਲੀ ਟਰਮ ਲੈ ਲੈਂਦੀ ਹਾਂ। ਪਹਿਲੀ ਟਰਮ ਇੱਧਰ ਮੇਰੇ ਕੋਲ ਕੀ ਹੈ? a ਸਕੁਏਅਰ। a ਸਕੁਏਅਰ ਦੀ ਪਹਿਲਾਂ ਮੈਂ ਇਸ ਸੈਕਿੰਡ ਬ੍ਰੈਕਟ ਨਾਲ ਮਲਟੀਪਲਾਈ ਕਰੂੰਗੀ। a ਸਕੁਏਅਰ ਦੀ ਮਲਟੀਪਲਾਈ 2a ਮਾਈਨਸ b ਨਾਲ। ਫਿਰ ਮੇਰੇ ਕੋਲ ਸੈਕਿੰਡ ਟਰਮ ਕੀ ਹੈ? ਪਲੱਸ ਦਾ b ਸਕੁਏਅਰ। ਤਾਂ ਪਲੱਸ ਦਾ b ਸਕੁਏਅਰ ਇਹਦੀ ਗੁਣਾ ਮੈਂ ਕਰੂੰਗੀ ਹੁਣ ਦੁਬਾਰਾ ਸੈਕਿੰਡ ਬ੍ਰੈਕਟ ਨਾਲ। ਫਿਰ ਮੈਂ ਥਰਡ ਟਰਮ ਲੈ ਲੈਂਦੀ ਹਾਂ। ਥਰਡ ਟਰਮ ਮੇਰੇ ਕੋਲ ਕੀ ਸੀਗੀ? ਪਲੱਸ ਦਾ 2ab। ਇਹਦੀ ਗੁਣਾ ਕਰਾਂਗੇ ਅਸੀਂ ਸੈਕਿੰਡ ਬ੍ਰੈਕਟ ਨਾਲ। ਤਾਂ ਇਸੇ ਤਰ੍ਹਾਂ ਮੈਨੇ ਸਾਰੀਆਂ ਟਰਮਸ ਦੀ ਸੈਕਿੰਡ ਬ੍ਰੈਕਟ ਨਾਲ ਮਲਟੀਪਲਾਈ ਕਰਤੀ। ਤਾਂ ਹੁਣ ਇਹਨੂੰ ਸੋਲਵ ਕਰਦੇ ਹਾਂ। ਪਹਿਲਾਂ ਦੇਖੋ a ਸਕੁਏਅਰ ਦੀ ਮਲਟੀਪਲਾਈ 2a ਨਾਲ। ਪਹਿਲਾਂ ਦੇਖੋ ਇਹਦੇ ਵਿੱਚ ਨੰਬਰ ਦਾ ਜਸਟ 2 ਹੈ ਤਾਂ 2 ਐਜ਼ ਇਟ ਇਜ਼ ਆ ਗਿਆ। a ਸਕੁਏਅਰ ਦੀ ਗੁਣਾ ਜਦੋਂ a ਨਾਲ ਕਰਾਂਗੇ, ਦੇਖੋ ਇੱਥੇ a ਦੀ ਪਾਵਰ ਕੁਛ ਨਹੀਂ, ਮਤਲਬ ਇੱਥੇ 1 ਹੈ। ਬਾਹਰ a ਸਕੁਏਅਰ, ਅੰਦਰ a ਦੀ ਪਾਵਰ 1। a ਸਕੁਏਅਰ ਨੂੰ ਬੇਟਾ ਦੇਖੋ ਜਦੋਂ a ਦੀ ਘਾਤ 1 ਨਾਲ ਗੁਣਾ ਕਰੋਗੇ, ਦੇਖੋ ਆਧਾਰ ਸੇਮ ਨੇ ਦੋਨਾਂ ਦੇ, ਵਿਚਾਲੇ ਨਿਸ਼ਾਨ ਗੁਣਾ ਦਾ ਤਾਂ ਘਾਤਾਂ ਦਾ ਕੀ ਹੋ ਜਾਊਗਾ? ਜੋੜ ਹੋ ਜਾਊਗਾ, ਠੀਕ ਹੈ। ਤਾਂ 2 ਬਾਹਰ ਹੈ ਘਾਤ, 1 ਅੰਦਰ ਹੈ। ਤਾਂ ਸਾਡੇ ਕੋਲ 2 ਅਤੇ 1 ਕਿੰਨੀ ਘਾਤ ਬਣ ਜੂਗੀ? 3 ਘਾਤ ਬਣ ਜੂਗੀ। ਤਾਂ 2a ਦੀ ਘਾਤ ਕਿੰਨਾ ਬਣ ਗਿਆ ਬੇਟਾ? 3।
फिर माइनस है जी, माइनस आ गया। ए स्केयर दी बी नाल जदों मल्टीप्लाई करोगे तो की बन जूगा ए स्केयर बी। ठीक है जी। फिर देखो हुण आ बी स्केयर के अंदर मल्टीप्लाई करते हैं ब्रैकेट नाल, प्लस बाहर प्लस आ गया। ठीक है, 2 2 ए तो एज इट इज़ लिखता, बाहर बी स्केयर सी बी स्केयर नाल एज इट इज़ लग जाएगा। ठीक है, फिर माइनस है जी, इत्थे माइनस है बिकॉज तो माइनस लग गया। बी स्केयर की गुणा ਇਹਦੀ गुणा ਇਹਦੇ ਨਾਲ कर रहे हैं, बी स्केयर की गुणा बी नाल कीती कितना बन जाएगा बी की घात 3 प्लस प्लस। फिर आ 2 की गुणा 2 नाल 2 दूनी 4, ए की गुणा ए नाल ए स्केयर नाल बी है तो बी आ जाएगा, प्लस माइनस अगे माइनस 2 ए तो एज इट इज़ आ जाएगा, बी की गुणा बी नाल बी स्केयर बना देगी। ठीक है जी, तो सारे ब्रैकेट की आपाने मल्टीप्लाई कर दी है। ठीक है, हुण इहनूं सॉल्व करते हैं तो ये समान पद का जोड़ तो घटाओ होगा, असमान पदा का जोड़ तो घटाओ नहीं होएगा। तो हुण असीं देखो 2 ए बी दी 2, ये भी 2 ए बी दी 2, ये प्लस दी है, ये माइनस दी है, तो ये तो कैंसल हो गए। ठीक है जी, होर देख लैंदे जी, होर जिहड़ियां अपने कोल समान पद ने, देखो आ ए दी 2 बी, ये भी ए की घात 2 बी, ये समान पद ने दोनों। ठीक है जी, तो इन्हों असी सॉल्व कर लाँगे, बाकी होर कोई समान पद है नहीं, बाकियों एज इट इज़ लिख लाँगे। तो देखो पहला पहली टर्म लिख लैंदे जी, पहली टर्म तो एज इट इज़ आ जाऊगी 2 ए की घात 3। ठीक है, फिर जी आ वाली पई है माइनस बी की घात 3, ए भी एज इट इज़ आ जाएगी। बस जिहड़ियां हुण मैं हाईलाइट करूँगी सिर्फ ए वालियां टर्म्स, ए वाली तो ए वाली, ये अपने कोल समान पद ने, बस इन्हों असी सॉल्व कर लैंदे भी, इन्हों सॉल्व करके की आऊगा वो आंसर दे विच नाल ऐड कर देंगे। देखो ये पहली वाली टर्म जिहड़ी हैगी है ये माइनस दी है, ये प्लस का 4 है, माइनस का 1 प्लस का 4 की बन जूगा साडे कोल प्लस का 3, क्योंकि वड्डी रकम अगे प्लस है, तो प्लस का 3 पिछे टर्म ए स्केयर पी अपने कोल एज इट इज़ आ जाएगी। तो ये अपने कोल आंसर बन गया 2 ए दी 3 माइनस बी दी 3 प्लस 3 ए स्केयर बी। तो देख लैंदे उस अकॉर्डिंग आंसर साडे कोल किहड़ा बन जाएगा, दूसरा ऑप्शन साडे कोल आंसर बन जाएगा। देखो 2 ए दी 3 माइनस बी दी 3 प्लस 3 ए स्केयर बी, तो अपने कोल दूसरा ऑप्शन इसका सही आंसर आ जाएगा। नैक्सट क्वेश्चन है बेटे, एक जमात के कमरे की लंबाई चौड़ाई और उचाई आपां नूं दित्ती हुई है 8 6 ते 4, क्योंकि लंबाई चौड़ाई उचाई अलग अलग है बेटा, तो जोड़ा जमात का कमरा होगा वो किहड़ी शेप का होगा, घनाव की शेप का होगा। तो आप एक घनाव अपना ड्रॉ कर लें रजे, आ मैंने एक घनाव बनाता जिहदी आपां नूं लंबाई चौड़ाई ते उचाई दित्ती हुई है। ठीक है जी, लंबाई आपां नूं 8 दित्ती है, चौड़ाई 6 दित्ती है, तो उचाई आपां नूं 4 मीटर दित्ती हुई है। आपां नूं की क्या बेटा, इसके फर्श का खेत्रफल पता करो। हुण अगर आपां ध्यान नाल देखीए जो किसी भी कमरे का जिहड़ा फर्श हैगा जिथे लंबाई चौड़ाई अलग अलग दित्ती हुई है, तो जिहड़ा फर्श है वो अपने कोल काहदी शेप का होगा, वो तो आ देखो आपां डायग्राम तो भी देख सकते हैं, ये साडे कोल काहदी शेप का होगा, आयत की शेप का होगा। ठीक है, क्योंकि अपने कोल लंबाई तो चौड़ाई अलग अलग दित्ती हुई है, तो इस फर्श का असीं खेत्रफल पता करना है, क्योंकि फर्श आयत दे शेप का है, तो फर्श के खेत्रफल का फॉर्मूला आयत के खेत्रफल के बराबर आ जाऊगा। फर्श का खेत्रफल बराबर आयत का खेत्रफल, आयत के खेत्रफल का फॉर्मूला हुंदा है लंबाई गुणा चौड़ाई, तो लंबाई सानू कितनी दित्ती हुई है बेटा 8, चौड़ाई कितनी दित्ती हुई है सानू 6, 8 6 कितना आ जाएगा रजे 48 मीटर च दिता है, तो कितना आ जाएगा वर्ग मीटर। तो 48 वर्ग मीटर अपने को रजे फर्श का खेत्रफल आ गया, तो पहला ऑप्शन इसका सही आंसर आ जाएगा बेटा। नैक्सट क्वेश्चन है बेटे, एक आयताकार टाइल की लंबाई और चौड़ाई 45 सेंटीमीटर और 30 सेंटीमीटर है। अपने को एक आयताकार टाइल है रजे, उसकी लंबाई तो चौड़ाई दी हुई है, लंबाई दी है 45 सेंटीमीटर तो चौड़ाई दी है 30 सेंटीमीटर। ठीक है जी, कहते इसनूं 13 रुपए प्रति 100 वर्ग सेंटीमीटर की दर नाल पॉलिश करन दा खर्च पता करना है कितना आऊगा। ये जिहड़ी टाइल है रजे इनू अपने इहदे ते पॉलिश करवानियां नेगियां, इहदा अपने खर्च दसना है कितना आऊगा। जिहड़ा खर्च है वो किस हिसाब नाल है 13 रुपए
प्रति 100 वर्ग सेंटीमीटर मतलब 100 वर्ग सेंटीमीटर का किन्ने रुपए लग रहे ने 13 रुपए लग रहे ने। तो उस अकॉर्डिंग आपने दसना भी कितना खर्चा आऊगा अपने कोले पॉलिश करवाउण दा। पहली गल तो बेटा ये देखो वर्ग सेंटीमीटर क्या है, तो ये आपां नूं की करना पऊगा खेत्रफल पता करना पऊगा। ठीक है, क्योंकि आपां नूं आयताकार टाइल की लंबाई ते चौड़ाई दिती है, तो आपां नूं पता है आयत दे खेत्रफल का फॉर्मूला की हुंदा है लंबाई गुना चौड़ाई। तो अपने कोल बेटा आयताकार टाइल का खेत्रफल आपां काहदे बराबर लिख दांगे, आयताकार टाइल का खेत्रफल आ जाएगा जी लंबाई गुना चौड़ाई। तो लंबाई आपां नूं कितनी दिती हुई है रजे 45 ते चौड़ाई दिती हुई है 30। 45 गुना 30 साडे कोल कितना आ जाएगा ये 1350 सेंटीमीटर दी घात 2। ये अपने कोले हले कल्ला टाइल का खेत्रफल आया। हुण आपां नूं क्वेश्चन च की दिता होया भी 100 वर्ग सेंटीमीटर के उत्ते किन्ने रुपए लग रहे ने पॉलिश करन दे 13 रुपए। 100 वर्ग सेंटीमीटर नूं 100 वर्ग सेंटीमीटर नूं पॉलिश करन दा खर्च जिहड़ा हैगा वो तो हैगा किन्ना रजे अपने कोल 13 रुपए। ठीक है जी 13 रुपए। तो 1 वर्ग सेंटीमीटर नूं पॉलिश करन दा खर्चा किन्ना आ जाऊगा 1/100 रुपए, सॉरी 13/100 रुपए, क्योंकि देखो 100 वर्ग सेंटीमीटर का तो हैगा सी रजे 13 रुपए, तो 1 वर्ग सेंटीमीटर का किन्ना हो जाऊगा आ 100 नूं इधर बटे दे विच ले आवांगे तो 13/100 आ जाऊगा। हुण अपने कोल किन्ना खेत्रफल आया 1350, तो 1350 वर्ग सेंटीमीटर का पॉलिश करन दा खर्च किन्ना आ जाऊगा बेटा 13/100 की कर दांगे आपां 13/100 नूं आपां किहदे नाल गुणा कर दांगे फिर 1350 नाल, क्योंकि देखो एक दा आया सीगा 13 रुपए। दोबारा करवा रही हैं रजे, एक अपने कोल 100 वर्ग सेंटीमीटर का तो हैगा सी 13 रुपए, एक दा किन्ना आ गया 13/100 ते जिहड़ा अपना खेत्रफल आया वो किन्ना आया 1350 रुपए। तो किन्ना आ जाऊगा 13 वर्ग सेंटीमीटर का अपने कोल पॉलिश करन दा खर्च किन्ना आ जाऊगा 13/100 गुणा 1350। तो 0 नाल 0 कट जूगी। 135 नूं जदों असीं 13 नाल गुणा करांगे तो साडे कोल किन्ना आ जाऊगा जी 1755 आ जाऊगा, बटे च साडे कोल 10 है जी। तो जदों इहनूं आपां सॉल्व करांगे बेटा तो किन्ना आ जाऊगा 175.5 रुपए। ये की आ गया अपने कोल जिहड़े टाइल हैगी सी उहनूं पॉलिश करवाउण दा खर्चा आ जाएगा। तो उस अकॉर्डिंग साडे कोल बेटा चौथा ऑप्शन इसका सही आंसर बन जाऊगा। नैक्सट क्वेश्चन है रजे दिते गए चित्र विच त्रिभुज ABC का खेत्रफल पता करो। आपां नूं त्रिभुज दिती हुई है ABC, आपां ने इसका खेत्रफल पता करना है। हुण देखो इहदे विच बेटा लंब भी दिता होया है ते आधार भी दिता है। जदों लंब ते आधार दिते होण तां उदों त्रिकोण के खेत्रफल का फॉर्मूला साडे कोल की हुंदा बेटा 1/2 आधार गुना लंब, 1/2 आधार गुना लंब। ये अपने कोल त्रिकोण के खेत्रफल का फार्मूला हो गया। तो 1/2 आधार किन्ना रजे 18, लंब किन्ना साडे कोल 12। तो इनू सॉल्व कर लें। 2 के टेबल के उत्ते 12 जाएगा 6 ते, तो 18 छिके साडे कोल आ गया 108। 108 सेंटीमीटर की 2 ये की आ गया साडे कोल त्रिकोण का खेत्रफल आ जाएगा। तो दूसरा ऑप्शन इसका सही आंसर बन जाएगा आंसर। ठीक है जी। उस तो बाद 7वां क्वेश्चन, एक आयताकार पार्क दे राम ने 2 चक्कर लगाए। एक अपने को आयताकार पार्क है जी, हाँ मैंने पार्क बनाता आयत की शेप के ये राम ने 2 चक्कर लगाए ने। ठीक है, जिसकी लंबाई P और चौड़ाई कितनी है क्या हो, लंबाई P चौड़ाई हैगी है क्या हो। तो कहते राम ने कितना रस्ता तय किया। हुण क्योंकि रजी राम ने चक्कर लगाए ने उहदे, ठीक है, तो उहदी बाउंड्री के आले दुआले इस तरह चक्कर लगा रहे हैं। ठीक है, तो इहदे विच असीं की पता करांगे परिमाप पता करांगे। ठीक है, पहला असीं परिमाप पता कर लांगे क्योंकि उन्हें 2 चक्कर लगाए ने, बाद दे विच असीं परिमाप की 2 नाल की कर दांगे गुणा कर दांगे। हुण सानूं पता है रजे आयत के परिमाप का फॉर्मूला की हुंदा है। अपने कोले आयताकार पार्क दिता है तो पहला असीं फॉर्मूला लिख लैंदे आं। आयताकार
ਪਾਰਕ ਦਾ ਪਰਿਮਾਪ ਕਾਹਦੇ ਬਰਾਬਰ ਆ ਜਾਏਗਾ ਜੀ? ਸਾਡੇ ਕੋਲ ਆਈ ਦਾ ਪਰਿਮਾਪ ਹੁੰਦਾ 2 ਗੁਣਾ ਲੰਬਾਈ ਪਲੱਸ ਚੌੜਾਈ L ਪਲੱਸ B। ਠੀਕ ਹੈ ਜੀ, 2 ਗੁਣਾ ਲੰਬਾਈ ਕਿੰਨੀ ਦਿੱਤੀ ਹੋਈ ਹੈ ਬੇਟਾ ਸਾਨੂੰ P, ਠੀਕ ਹੈ, ਪਲੱਸ ਚੌੜਾਈ ਕਿੰਨੀ ਦਿੱਤੀ ਹੋਈ ਹੈ Q। ਤਾਂ 2 ਗੁਣਾ P ਪਲੱਸ Q ਜਿਹੜਾ ਹੈਗਾ ਇਹ ਤਾਂ ਪਰਿਮਾਪ ਆ ਗਿਆ। ਹੁਣ ਉਹਨੇ ਇਹ ਤਾਂ ਇੱਕ ਆਪਣੇ ਕੋਲ ਇੱਕ ਵਾਰ ਜਦੋਂ ਉਹ ਘੁੰਮਿਆ ਪਾਰਕ ਦੇ ਆਲੇ ਦੁਆਲੇ, ਇਹ ਉਹ ਆਇਆ ਰਸਤਾ, ਉਹਨਾਂ ਰਸਤਾ ਆਇਆ, ਪਰ ਉਹਨੇ ਤਾਂ ਪਾਰਕ ਦੇ ਆਲੇ ਦੁਆਲੇ 2 ਚੱਕਰ ਲਗਾਏ ਨੇ। ਤਾਂ ਆਪਣੇ ਉਹਨੇ ਰਾਮ ਨੇ ਰਸਤਾ ਕਿੰਨਾ ਤੈਅ ਕੀਤਾ ਹੈਗਾ? ਰਾਮ ਨੇ ਰਸਤਾ ਜਿਹੜਾ ਤੈਅ ਕੀਤਾ ਉਹਦੇ ਲਈ ਕੀ ਕਰ ਦਾਂਗੇ? ਇਹਨੂੰ 2 ਨਾਲ ਕੀ ਕਰ ਦਾਂਗੇ ਬੇਟਾ? ਗੁਣਾ ਕਰ ਦਾਂਗੇ। ਆਹ ਜਿਹੜਾ ਆਪਣੇ ਕੋਲ ਆਇਆ ਇਹਨੂੰ 2 ਨਾਲ ਗੁਣਾ ਕਰਤੀ, 2 ਗੁਣਾ P ਪਲੱਸ Q। ਠੀਕ ਹੈ, ਤਾਂ 2 ਗੁਣਾ 2 ਕਿੰਨਾ ਬਣ ਗਿਆ ਸਾਡੇ ਕੋਲ ਬੇਟਾ? 4 ਬ੍ਰੈਕਟ 'ਚ P ਪਲੱਸ Q ਐਜ਼ ਇਟ ਇਜ਼ ਆ ਜਾਏਗਾ। ਠੀਕ ਹੈ ਜੀ, ਤਾਂ 4 P ਪਲੱਸ Q ਇਹ ਆ ਸਾਡੇ ਕੋਲ, ਇਹ ਆਪਣੇ ਕੋਲ ਆਨਸਰ ਆ ਜਾਏਗਾ 4 ਇੰਟੂ P ਪਲੱਸ Q। ਠੀਕ ਹੈ, ਤਾਂ ਉਸ ਅਕੋਰਡਿੰਗ ਸਾਡੇ ਕੋਲ ਚੌਥਾ ਆਪਸ਼ਨ ਇਸ ਦਾ ਸਹੀ ਆਨਸਰ ਬਣ ਜਾਏਗਾ। ਨੈਕਸਟ ਕੁਐਸਚਨ ਹੈ ਜੀ, ਇੱਕ ਸਮ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀ ਇੱਕ ਭੁਜਾ 5 ਸੈਂਟੀਮੀਟਰ ਅਤੇ ਇਸ ਦਾ ਇੱਕ ਵਿਕਰਨ 8 ਸੈਂਟੀਮੀਟਰ ਹੈ। ਆਪਾਂ ਪਹਿਲਾਂ ਇੱਕ ਸਮ ਚਤੁਰਭੁਜ ਬਣਾ ਲੈਂਦੇ ਹਾਂ ਬੇਟੇ। ਆਹ ਮੰਨ ਲਓ ਮੈंने ਇੱਕ ਸਮ ਚਤੁਰਭੁਜ ਲੈ ਲਿਆ। ਠੀਕ ਹੈ ਜੀ, ਸਮ ਚਤੁਰਭੁਜ ਹੁੰਦਾ ਜਿਹਦੀਆਂ ਚਾਰੇ ਭੁਜਾਵਾਂ ਕੀ ਹੋਣ ਬੇਟਾ? ਬਰਾਬਰ ਹੋਣ। ਠੀਕ ਹੈ, ਆਪਾਂ ਨੂੰ ਇੱਕ ਭੁਜਾ 5 ਦਿੱਤੀ ਹੈ ਤਾਂ ਇਹਦਾ ਮਤਲਬ ਇਹਦੀਆਂ ਸਾਰੀਆਂ ਭੁਜਾਵਾਂ ਕੀ ਆ ਜਾਣਗੀਆਂ? 5 ਸੈਂਟੀਮੀਟਰ ਦੀਆਂ ਮੈंने ਲੈ ਲਈਆਂ। ਠੀਕ ਹੈ ਜੀ, ਨਾਲ ਹੀ ਉਹ ਕੀ ਕਹਿ ਰਿਹਾ? ਇਹਦਾ ਇੱਕ ਵਿਕਰਨ 8 ਸੈਂਟੀਮੀਟਰ ਹੈ। ਆਹ ਮੰਨ ਲਓ ਮੈंने ਆਹ ਵਾਲਾ ਇੱਕ ਵਿਕਰਨ ਲੈ ਲਿਆ ਜੀ 8 ਸੈਂਟੀਮੀਟਰ। ਠੀਕ ਹੈ, ਇਹ ਸਾਹਮਣੇ ਵਾਲਾ ਇਹ ਵਿਕਰਨ 8 ਸੈਂਟੀਮੀਟਰ ਲੈ ਲਿਆ। ਦੂਸਰਾ ਵਿਕਰਨ ਸਾਨੂੰ ਪਤਾ ਨਹੀਂ, ਉਹ ਹਲੇ ਅਸੀਂ ਫਾਈਂਡ ਆਊਟ ਕਰ ਲਾਂਗੇ। ਤਾਂ ਅਸੀਂ ਇਸ ਸਮ ਚਤੁਰਭੁਜ ਦਾ ਖੇਤਰਫਲ ਪਤਾ ਕਰਨਾ ਹੈ, ਕੀ ਹੋਊਗਾ? ਹੁਣ ਰਾਜੇ ਸਮ ਚਤੁਰਭੁਜ ਦੇ ਖੇਤਰਫਲ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਕੀ ਹੁੰਦਾ ਹੈ? ਸਮ ਚਤੁਰਭੁਜ ਦਾ ਖੇਤਰਫਲ, ਇਹਦਾ ਫਾਰਮੂਲਾ ਸਾਡੇ ਕੋਲ ਹੁੰਦਾ ਬੇਟਾ 1/2 ਗੁਣਾ D1 ਗੁਣਾ D2। D1 D2 ਇੱਥੇ ਕੀ ਨੇ ਰਾਜੇ? D1 ਮਤਲਬ ਡਾਇਗਨਲ 1 ਮਤਲਬ ਪਹਿਲਾ ਵਿਕਰਨ, D2 ਮਤਲਬ ਦੂਜਾ ਵਿਕਰਨ, ਯਾਨੀ ਕਿ 1/2 ਗੁਣਾ ਪਹਿਲੇ ਵਿਕਰਨ ਦੀ ਲੰਬਾਈ ਗੁਣਾ ਦੂਜੇ ਵਿਕਰਨ ਦੀ ਲੰਬਾਈ। ਹੁਣ ਆਪਾਂ ਨੂੰ ਤਾਂ ਕੁਐਸਚਨ ਦੇ ਵਿੱਚ ਅਗਰ ਦੇਖੀਏ ਤਾਂ ਬੇਟਾ ਇੱਕ ਵਿਕਰਨ ਦੀ ਲੰਬਾਈ ਦਿੱਤੀ ਹੋਈ ਹੈ, ਦੂਜੇ ਵਿਕਰਨ ਦੀ ਲੰਬਾਈ ਤਾਂ ਦਿੱਤੀ ਨਹੀਂ ਹੋਈ। ਤਾਂ ਇਟ ਮੀਨਸ ਆਪਾਂ ਨੂੰ ਪਹਿਲਾਂ ਦੂਜੇ ਵਿਕਰਨ ਦੀ ਲੰਬਾਈ ਵੀ ਪਤਾ ਕਰਨੀ ਪਊਗੀ, ਫਿਰ ਅਸੀਂ ਜਿਹੜਾ ਹੈਗਾ ਇਸ ਕੁਐਸਚਨ ਦਾ ਜਿਵੇਂ ਖੇਤਰਫਲ ਜਿਹੜਾ ਹੈਗਾ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਆਪਾਂ ਨੇ ਰਾਜੇ 8th ਕਲਾਸ ਦੇ ਵਿੱਚ ਪ੍ਰੋਪਰਟੀਜ਼ ਪੜ੍ਹੀਆਂ ਹੋਈਆਂ ਨੇ ਕਿ ਜਿਹੜੇ ਸਮ ਚਤੁਰਭੁਜ ਹੈ ਉਹਦੇ ਜਿਹੜੇ ਵਿਕਰਨ ਨੇ ਉਹ ਇੱਕ ਦੂਜੇ ਨੂੰ ਕੀ ਕਰਦੇ ਨੇ? ਸਮਦੋਭਾਜਿਤ ਕਰਦੇ ਨੇ। ਠੀਕ ਹੈ, ਕਿਉਂਕਿ ਸਮਦੋਭਾਜਿਤ ਕਰਦੇ ਨੇ ਤਾਂ ਆਪਣੇ ਕੋਲ ਜਿਹੜਾ ਜਿਵੇਂ ਹੁਣ ਵਿਕਰਨ ਆਹ ਸਾਰਾ 8 ਸੈਂਟੀਮੀਟਰ ਸੀ, ਤਾਂ ਆਹ ਅੱਧਾ ਇਹ ਹਿੱਸਾ ਇਹਦੇ ਬਰਾਬਰ ਹੋਊਗਾ, ਇਹ ਵਾਲਾ ਹਿੱਸਾ ਇਹਦੇ ਬਰਾਬਰ ਹੋਊਗਾ। ਠੀਕ ਹੈ, ਜੇ ਪੂਰਾ 8 ਹੈ ਤਾਂ ਇਹ ਅੱਧਾ ਅੱਧਾ ਕਿੰਨਾ ਹੋ ਜਾਊਗਾ ਰਾਜੇ? 4 ਹੋ ਜਾਊਗਾ। ਠੀਕ ਹੈ ਜੀ, ਇਹ ਤਾਂ 4 ਹੋ ਗਿਆ। ਠੀਕ ਹੈ, ਆਪਾਂ ਨੇ ਇੱਕ ਇਹ ਪ੍ਰੋਪਰਟੀ ਪੜ੍ਹੀ ਸੀ ਕਿ ਸਮ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਵੀ ਕਰਦੇ ਨੇ, ਐਂਡ ਦੂਸਰੀ ਪ੍ਰੋਪਰਟੀ ਪੜ੍ਹੀ ਹੋਈ ਹੈ ਬੇਟਾ ਕਿ ਸਮ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਕਿੰਨੇ 'ਤੇ ਕੱਟ ਕਰਦੇ ਨੇ? 90 ਡਿਗਰੀ 'ਤੇ ਕੱਟ ਕਰਦੇ ਨੇ। ਜੇ 90 ਡਿਗਰੀ 'ਤੇ ਕੱਟ ਕਰਦੇ ਨੇ ਤਾਂ ਆਹ ਕੋਣ ਅਸੀਂ ਇੱਥੇ 90 ਡਿਗਰੀ ਲੈ ਸਕਦੇ ਹਾਂ। ਠੀਕ ਹੈ, ਹੁਣ ਜਿਹੜੀ ਆਹ ਤਿਕੋਣ ਦੀ ਮੈਂ ਗੱਲ ਕਰ ਰਹੀ ਹਾਂ, ਹੁਣ ਇਹ ਤਿਕੋਣ ਦੇਖੋ, ਹੁਣ ਇਹ ਸਾਡੇ ਕੋਲ ਇੱਕ ਕੋਣ 90 ਡਿਗਰੀ ਦਾ ਬਣ ਗਿਆ, ਤਾਂ ਇਹ ਤਿਕੋਣ ਜਿਹੜੀ ਹੈਗੀ ਆ ਇਹ ਸਮਕੋਣੀ ਤਿਕੋਣ ਬਣ ਗਈ ਸਾਡੇ ਕੋਲ, ਜਿਹਦੇ ਵਿੱਚ ਆਹ ਭੁਜਾ ਸਾਨੂੰ 5 ਦਿੱਤੀ ਹੈ, ਆਹ ਭੁਜਾ ਇੰਨੀ ਕੁ 4 ਹੈ ਉੱਪਰ ਵਾਲੀ। ਠੀਕ ਹੈ, ਹੁਣ ਅਸੀਂ ਆਹ ਨਿਚਲੀ ਭੁਜਾ ਪਤਾ ਕਰ ਲੈਂਦੇ ਜਿੱਥੇ ਮੈਂ ਕੁਐਸਚਨ ਮਾਰਕ ਲਗਾ ਰਹੀ ਹਾਂ। ਹੁਣ ਕਿਉਂਕਿ ਇਹ ਸਮਕੋਣੀ ਤਿਕੋਣ ਬਣ ਗਈ ਤਾਂ ਸਮਕੋਣੀ ਤਿਕੋਣ ਲਗਾ ਕੇ ਇਹਦੇ ਵਿੱਚ ਪਾਇਥਾਗੋਰਸ ਥਿਓਰਮ ਮੈਂ ਲਗਾ ਦਿੰਦੀ ਹਾਂ, ਜਿਹਦੇ ਨਾਲ ਮੈਂ ਇਹ ਨੀਚੇ ਵਾਲੇ ਆਧਾਰ ਵਾਲੀ ਇਹ ਭੁਜਾ ਜਿਹੜੀ ਹੈਗੀ ਆ ਅਸੀਂ ਫਾਈਂਡ ਆਊਟ ਕਰ ਲਾਂਗੇ। ਤਾਂ ਮੈਂ ਇਸ ਜਿਹੜੀ ਸਮਕੋਣੀ ਤਿਕੋਣ ਇਹ ਬਣ ਰਹੀ ਹੈ, ਮੈਂ ਤੇ ਫਾਰਮੂਲਾ ਲਗਾ ਰਹੀ ਹਾਂ। ਆਪਣੇ ਕੋਲ ਫਾਰਮੂਲਾ ਕੀ ਹੁੰਦਾ ਬੇਟਾ? ਕਰਨ ਦੀ 2 ਬਰਾਬਰ ਆਧਾਰ ਦੀ 2 ਪਲੱਸ ਲੰਬ ਦੀ 2। ਠੀਕ ਹੈ ਜੀ, ਤਾਂ ਕਰਨ ਆਪਣੇ ਕੋਲ ਕਿਹੜੀ ਭੁਜਾ ਹੁੰਦੀ ਹੈ? ਜਿਹੜੀ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ, ਮਤਲਬ ਆ 5 ਸੈਂਟੀਮੀਟਰ, ਤਾਂ ਇਹ 5 ਦੀ 2। ਠੀਕ ਹੈ, ਆਧਾਰ ਸਾਨੂੰ ਪਤਾ ਨਹੀਂ ਤਾਂ ਇਹ ਐਜ਼ ਇਟ ਇਜ਼ ਆ ਗਿਆ ਆਧਾਰ ਦੀ 2
ठीक है जी। प्लस लंब साडे कोल किन्ना है बेटा 4, तो ये 4 दी 2, 5 की घात 2 25 बन गया, बराबर आधार दी 2 प्लस 4 की घात 2 किन्ना बन जाएगा 16। हुण ये 16 प्लस का उधर जाके की हो जाऊगा बेटा माइनस हो जाऊगा, 25 चों 16 माइनस कर देंगे आपां, किन्ना बन जाऊगा बराबर आधार दी 2। ठीक है, 25 चों 16 माइनस किते किन्ना आ जाऊगा साडे कोले, 25 चों 16 माइनस किते आ जाऊगा 9, तो आधार की घात 2 की आ जाऊगी 9। हुण 9 अपने कोल किहड़ी संख्या का वर्ग हुंदा 3 का, तो इहनूं 3 की घात 2 लिख सकते हैं। घात 2 नाल घात 2 घट गई, तो अपने कोल काहदे बराबर आ गया, आधार किन्ना आ गया जी 3 सेंटीमीटर आ गया। तो ये जिहड़ा बेस सीगा वो अपने कोल किन्ना आ गया 3। हाँ जी, क्योंकि हुण अपने कोल आधार 3 आ गया, तो नीचे हेठा वाली भुजा इन्नी किन्नी आ गई बेटा 3 आ गई। जे ये 3 है तो क्योंकि सम दो भाजी तो भी करने एक दूसरे को करते हैं, तो इधरला हिस्सा ये भी किन्ना हो जाऊगा 3 हो जाऊगा। ठीक है, तो दूसरा भी करन 3 + 3 किन्ना बन गया D2, दूसरा भी करन किन्ना बन गया 3 + 3 6 सेंटीमीटर बन गया। पहला भी करन सानू क्वेश्चन च दिता होया सी बेटा 8 सेंटीमीटर, दूजा भी करन किन्ना आ गया साडे कोल 6 सेंटीमीटर आ गया। तो असीं हुण खेत्रफल समचतुर्भुज का पता कर लैंदे हां। फार्मूला मैं उपर दस्सिया सी 1/2 गुना D1 गुना D2, तो किन्ना बन जाऊगा 1/2 गुना 8, पहला भी करना 8 दूजा 6, तो हुण इहनूं सॉल्व कर लैंदे। 2 के टेबल ते 8 जाएगा 4 ते, तो 4 छिका साडे कोल किन्ना बन गया 24, क्योंकि सेंटीमीटर है तो 24 सेंटीमीटर दी 2, क्योंकि खेत्रफल दे विच आपां उपर घात 2 लगाने। तो दूसरा ऑप्शन इसका बेटा सही आंसर आ जाएगा। नैक्सट क्वेश्चन है जी, एक समलंब चतुर्भुज दियां समांतर भुजावां, पहला असीं समलंब चतुर्भुज बना लैंदे आ जी। समलंब चतुर्भुज आ इत्थे मैंने ड्रॉ करती। ठीक है जी, ਇਹਦੀਆਂ समांतर भुजावां 40 सेंटीमीटर ਅਤੇ 20 सेंटीमीटर ਹਨ। ਇਹਨੂੰ मैंने मान लिया जी ये 20 सेंटीमीटर है जी, ये मान ली जी ਆਪਾਂ ने 40 सेंटीमीटर, क्योंकि उन्होंने समांतर भुजावां किया सी, तो मैंने ये 20 ਤੇ 40 ये वालियां ले लिया। ਤੇ ਨਾਲ ਹੀ ਕੀ ਕਹਿ ਰਿਹਾ, ਇਸ ਦੀਆਂ ਗੈਰ ਸਮਾਂਤਰ ਭੁਜਾਵਾਂ ਦੋਵੇਂ ਬਰਾਬਰ ਹਨ। ਗੈਰ ਸਮਾਂਤਰ ਇਹ ਵਾਲੀਆਂ ਭੁਜਾਵਾਂ ਨੇ, ਇਹ ਦੋਨੇ ਕੀ ਦਿੱਤੀਆਂ ਨੇ ਬਰਾਬਰ, ਇਹ ਬਰਾਬਰ ਲੈ ਲਈਆਂ। ਤੇ ਹਰੇਕ ਕਿੰਨੀ ਹੈ 26 सेंटीमीटर, ਇਹ ਵੀ 26 ਦਿੱਤੀ ਹੈ ਤੇ ਇਹ ਵੀ 26 ਦਿੱਤੀ ਹੈ। ਕੀ ਕਿਹਾ, ਸਮਲੰਬ ਚਤੁਰਭੁਜ ਦਾ ਖੇਤਰਫਲ ਪਤਾ ਕਰੋ। ਇਹ ਸਮਲੰਬ ਚਤੁਰਭੁਜ ਦਾ ਖੇਤਰਫਲ ਅਸੀਂ ਪਤਾ ਕਰਨਾ। ਹੁਣ ਸਮਲੰਬ ਚਤੁਰਭੁਜ ਦਾ ਖੇਤਰਫਲ ਦਾ ਰਾਜੇ ਫਾਰਮੂਲਾ ਹੁੰਦਾ, ਕੀ ਫਾਰਮੂਲਾ ਹੁੰਦਾ 1/2 ਸਮਾਂਤਰ ਗੁਣਾ ਸਮਾਂਤਰ ਭੁਜਾਵਾਂ ਦਾ ਜੋੜ, ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਹਨਾਂ ਦੇ ਵਿਚਕਾਰਲੀ ਦੂਰੀ। ਜਿਹੜੀ ਵੀ ਇਹ ਸਮਾਂਤਰ ਭੁਜਾਵਾਂ ਨੇ ਇਹਨਾਂ ਦੇ ਵਿਚਕਾਰਲੀ ਦੂਰੀ। ਤਾਂ ਇਹ ਫਾਰਮੂਲਾ ਹੁੰਦਾ 1/2 ਗੁਣਾ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਹਨਾਂ ਦੇ ਵਿਚਕਾਰਲੀ ਦੂਰੀ। ਹੁਣ ਦੇਖੋ ਰਾਜੇ, ਸਮਾਂਤਰ ਭੁਜਾਵਾਂ ਤਾਂ ਆਪਾਂ ਨੂੰ ਪਤਾ ਨਹੀਂ ਗਿਆ, ਉਹਨਾਂ ਦੀ ਲੰਬਾਈ ਤਾਂ ਆਪਾਂ ਨੂੰ ਪਤਾ ਹੈ, ਪਰ ਉਹਨਾਂ ਦੇ ਵਿਚਕਾਰ ਡਿਸਟੈਂਸ ਕਿੰਨਾ, ਆਹ ਦੂਰੀ ਕਿੰਨੀ ਹੈ, ਇਹ ਦੂਰੀ ਸਾਨੂੰ ਨਹੀਂ ਪਤਾ ਕਿੰਨੀ ਹੈ। ਤਾਂ ਇਹ ਦੂਰੀ ਪਹਿਲਾਂ ਸਾਨੂੰ ਪਤਾ ਕਰਨੀ ਪਊਗੀ ਬੇਟਾ, ਫਿਰ ਹੀ ਅਸੀਂ ਇਹਦਾ ਖੇਤਰਫਲ ਪਤਾ ਕਰ ਸਕਦੇ ਹਾਂ। ਤਾਂ ਪਹਿਲਾਂ ਅਸੀਂ ਇਸ ਦੀ ਦੂਰੀ ਪਤਾ ਕਰਨ ਲਈ ਸਾਨੂੰ ਇਹ ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਕੀ ਕਰਨਾ ਪਊਗਾ। ਠੀਕ ਹੈ ਜੀ, ਤਾਂ ਆਪਾਂ ਸੋਲਵ ਕਰਦੇ ਹਾਂ ਕੁਐਸਚਨ ਨੂੰ। ਮੈਂ ਇਹਦੀ ਦੂਰੀ ਪਤਾ ਕਰਨ ਲਈ ਪਹਿਲਾਂ ਆਹ ਜਿਹੜੀ ਭੁਜਾ ਆਪਾਂ ਨੂੰ ਦਿੱਤੀ ਹੋਈ ਹੈ ਇਹਦੇ ਸਮਾਂਤਰ ਆਹ ਇੱਥੇ ਭੁਜਾ ਡਰਾਅ ਕਰ ਰਹੀ ਹਾਂ। ਆਹ ਭੁਜਾ ਮੈਨੇ ਇਸ ਭੁਜਾ ਦੇ ਸਮਾਂਤਰ ਮੈਨੇ ਡਰਾਅ ਕਰ ਲਈ। ਠੀਕ ਹੈ, ਜੇ ਹੁਣ ਇਹ ਆਪਣੇ ਕੋਲ ਆਹ ਭੁਜਾ ਇਹਦੇ ਸਮਾਂਤਰ ਹੈ ਤੇ ਇਹ ਕਿਉਂਕਿ ਕਿੰਨੀ ਸੀਗੀ ਬੇਟਾ 26, ਤਾਂ ਇਹ ਸਾਹਮਣੇ ਵਾਲੀ ਕੀ ਵੀ ਕੀ ਹੋ ਜੂਗੀ 26 ਹੋ ਜੂਗੀ। ਠੀਕ ਹੈ ਜੀ, ਹੁਣ ਇਹ 20 ਹੈ ਤਾਂ ਇਹਦੇ ਸਾਹਮਣੇ ਵਾਲੀ ਆ ਵੀ ਕੀ ਹੋ ਜੂਗੀ 20 ਹੋ ਜੂਗੀ ਇੰਨੀ ਕੁ। ਠੀਕ ਹੈ, ਹੁਣ ਆਹ ਸਾਰੀ ਨਿਚਲੀ ਦੇਖੋ 40 ਹੈ, ਆਹ ਇੰਨੀ ਕੁ 20 ਹੈ, ਤਾਂ ਜਿਹੜੀ ਆਹ ਬਾਕੀ ਬਚ ਗਈ ਇਹ ਵੀ ਕਿੰਨੀ ਰਹਿ ਜੂਗੀ ਬੇਟਾ 20 ਰਹਿ ਜੂਗੀ। ਪਹਿਲੀ ਇੰਨੀ ਕੁ ਚੀਜ਼ ਸਮਝ ਆਈ। ਮੈਨੇ ਆਹ ਲਾਈਨ ਡਰਾਅ ਕੀਤੀ ਸੀ ਇਸ ਭੁਜਾ ਦੇ ਸਮਾਂਤਰ, ਜੇ ਇਹ 26 ਸੀ ਤਾਂ ਇਹਦੇ ਸਾਹਮਣੇ ਇਹ ਵੀ ਕੀ ਆ ਗਈ 26 ਆ ਗਈ, ਇਹ 20 ਦੇ ਸਾਹਮਣੇ ਇਹ ਵਾਲੀ ਵੀ 20 ਆ ਗਈ। ਹੁਣ ਪੂਰੀ ਨੀਚੇ ਵਾਲੀ ਕਿਉਂਕਿ 40 ਸੀ, ਆਹ ਇੰਨੀ ਕੁ 20 ਸੀ, ਤਾਂ ਬਾਕੀ ਬਚੀ ਇਹ ਵਾਲੀ ਵੀ 20 ਆ ਗਈ ਸਾਡੇ ਕੋਲ। ਠੀਕ ਹੈ ਜੀ, ਹੁਣ ਸਾਡੇ ਕੋਲ ਆਹ ਸਾਈਡ ਦੇ ਉੱਤੇ ਬੇਟਾ ਆਹ ਜਿਹੜੀ ਇੱਧਰ ਗਰੀਨ ਵਾਲੀ ਇਹ ਆਪਣੇ ਕੋਲ ਕੀ ਬਣ ਰਹੀ ਹੈ, ਇੱਕ
त्रिकोण बन रही है। ठीक है, जिहदियां सानू तिन्ने भुजावां पता ने 26 है, ये भी 26 है, तो यह कितनी है साढ़े कोल 20 भुजा दिती हुई है। पहला मैं की करूँगी, ये अपने कोल मैंने इन्हां दोनों भुजावां सामने वालियां दोनों भुजावां दे विचकार वाली की पता करनी है, दूरी पता करनी है। ठीक है, तो ये दूरी पता करने लई पहला मैं आ जिहड़ी त्रिकोण साइड ते बनी है साडे कोल, इसदा मैं की पता करूँगी, खेत्रफल पता करूँगी। किहड़े फार्मूले की हैल्प नाल? हीरो सूत्र की हैल्प नाल। असीं पिछले टर्म दे विच हीरो सूत्र की हैल्प नाल त्रिकोण का खेत्रफल कढ़ना सीखिया सी, तां आपां ने उस उहदी हैल्प नाल असीं खेत्रफल कढ़दे हां। तां पहलां हीरो सूत्र की हैल्प दे नाल आपां पहलां की कढ़दे हुंदे सी रजे, एस की वैल्यू फाइंड आउट करांगे। तो एस साडे कोल काहदे बराबर हुंदा है बेटा? तिन्ने भुजावां दा जोड़ ए प्लस बी प्लस सी बटा 2, तिन्ने भुजावां दा जोड़ बटा 2। तिन्ने भुजावां एक 26 है रजे, प्लस 26 प्लस बी, तिन्ने भुजावां दा जोड़ बटा 2। 26 प्लस 26 साडे कोल आ जाएगा रजे 52, 52 प्लस 20 साडे कोल आ जाएगा 72 दे। ठीक है जी, तो 72 बटा 2 कितना बन जाएगा बेटा? 36 सेंटीमीटर। ठीक है, ये अपने कोल हले कल्ली एस की वैल्यू आई है। हुण एस तो असी की पता करांगे? बाकी भुजावां तो जिहड़ा खेत्रफल है असी फाइंड आउट कर लैंदे हां। तो अपने कोल खेत्रफल का फॉर्मूला की हुंदा सी? रूट एस माइनस ए एस माइनस बी इंटू एस माइनस सी। ठीक है, एस साडे कोल आया 36, 36 माइनस पहली भुजा 26, 36 माइनस दूजी भुजा भी 26 सी, ते साडे कोल तीजी भुजा 20। ठीक है, तो 36 दे विचों 26 माइनस किते बेटा 10, 36 विचों 26 माइनस 10, 36 दे विचों 20 माइनस 16। ठीक है, तो आपां हुण इहदे गुणनखंड बना लैंदे हां बेटा। 36 दे गुणनखंड साडे कोल बन जाणगे 2 गुणा 2 गुणा 3 गुणा 3। ठीक है जी, उस तो बाद साडे कोल 10 दे गुणनखंड बन जाणगे 5 गुणा 2 गुणा 2 गुणा 10 के गुणनखंड बन गए 5 गुणा 2, अगले 10 के गुणनखंड भी बन गए 2 गुणा 5। ठीक है, अगे 16 के गुणनखंड साडे कोल बन गए 2 गुणा 2 गुणा 2 गुणा 2। ठीक है जी, हुण असीं पेयर्स बना लैंदे आ। एक इन्हां दा पेयर बन जू, एक ये पेयर बन जू, एक आ 5 ते आ 5 दा पेयर बन जू, ये 2 ते 2 दा पेयर बन गया, 2 ते 2 दा, ये 2 ते 2 दा बन गया। ठीक है जी, तो अपने कोल की आ जूगा जी आंसर इत्थों? एक इत्थों 2 बार, इत्थों एक 3 बार, 5 बाहर, एक 2 बाहर, इधरों एक 2 तो एक 2 बाहर। तो इनू सॉल्व कर लें। 2 तिया 6, 6 5 30, 30 दूना 60, 60 दूना 120, 120 दूना साडे कोले कितना आ गया 240 सेंटीमीटर की दो अपने को त्रिकोण का खेत्रफल आ गया हीरो सूत्र की हैल्प दे नाल। हाँ जी, तो साडे कोल बेटा इस ग्रीन वाली जिहड़ी त्रिकोण है इसका खेत्रफल आ गया 240 सेंटीमीटर की 2। पर आपां ने तां इन्हां दोनों त्रिकोणां दे जिहड़ी विचकारली दूरी पता करनी सी, आ दूरी पता करनी है कितनी है। हुण ये अपने कोल की आया रजे इस त्रिकोण का खेत्रफल, पर अपने कोल त्रिकोण के खेत्रफल का रजे एक होर फॉर्मूला हुंदा है, किहड़ा? 1/2 आधार गुणा लंब। ठीक है, ये फॉर्मूला भी असीं कीता होया, आधार गुणा लंब। तो त्रिकोण का खेत्रफल कितना आ गया अपने कोल 240 बराबर 1/2। आधार किन्ना है बेटा साडे कोल इत्थे 20। ठीक है, लंब सानू पता नहीं, मतलब इन्हां दी विचकार दी दूरी सानू पता नहीं, वो असीं एज इट इज़ रख लैंदे हां। ठीक है, तो 2 उधर जाके बेटा की हो जूगा गुणा, तो आ 20 इधर आके बेटा हो जूगा डिवाइड बराबर लंब दे। ठीक है जी, 0 नाल 0 कट गई, 2 के टेबल ते 24 जाएगा 12, तो 12 गुणा 2, तो लंब कितना आ गया बेटा 24 सेंटीमीटर आ गया। इत्थे लंब का मतलब की है बेटा? इन्हां दोनों भुजावां दे विचकार वाली दूरी। ठीक है, तो दूरी ही असी फाइंड आउट करनी सीगी। दूरी साडे कोल आ गई 24 सेंटीमीटर। तो हुण ईजीली असी इस त्रिकोण का जिहड़ा समलंब चतुर्भुज है उसदा खेत्रफल पता कर लैंदे हां। तो खेत्रफल का असी फॉर्मूला पढ़िया सी 1/2 समांतर भुजावां का जोड़, समांतर भुजावां 40 ते 20 दित्तियां ने, तो इन्हां दोनां दा जोड़ गुणा इन्हां दे विचकार दी दूरी। दूरी कितनी आई है साडे कोले? जिहड़ा कि लंब है वो कितनी आई है 24।
ਤਾਂ 1/2 ਗੁਣਾ 40 ਤੇ 20 60 ਗੁਣਾ 24 ਤਾਂ 2 ਦੇ ਟੇਬਲ ਤੇ ਜੋ ਡਿਵਾਈਡ ਕਰਾਂਗੇ 60 ਜਾਏਗਾ 30 ਤੇ ਤਾਂ 24 ਤੀਆ 24 ਨੂੰ 30 ਨਾਲ ਗੁਣਾ ਕਰਾਂਗੇ ਤਾਂ ਆ ਜਾਏਗਾ ਸਾਡੇ ਕੋਲ 720 ਸੈਂਟੀਮੀਟਰ ਦੀ 2 ਤਾਂ 720 ਸੈਂਟੀਮੀਟਰ ਦੀ 2 ਇਸ ਦਾ ਕੀ ਆ ਗਿਆ ਬੇਟਾ ਖੇਤਰਫਲ ਆ ਗਿਆ। ਤਾਂ ਬੇਟੇ ਆਪਣੇ ਕੋਲ ਇਸ ਸਮਲੰਬ ਚਤੁਰਭੁਜ ਦੇ ਵਿੱਚ ਪੈਰਲਲ ਭੁਜਾਵਾਂ ਉਹਦੀਆਂ ਸਮਾਂਤਰ ਭੁਜਾਵਾਂ ਦਿੱਤੀਆਂ ਹੋਈਆਂ ਸੀ ਤੇ ਸਾਹਮਣੇ ਵਾਲੀਆਂ ਇਹ ਭੁਜਾਵਾਂ ਵੀ ਦਿੱਤੀਆਂ ਹੋਈਆਂ ਸੀ ਤੇ ਆਪਾਂ ਨੇ ਇਸ ਦਾ ਖੇਤਰਫਲ ਪਤਾ ਕਰਨਾ ਸੀ। ਤਾਂ ਆਪਾਂ ਨੂੰ ਉਹਦੀ ਦੂਰੀ ਚਾਹੀਦੀ ਸੀ ਅਕੋਰਡਿੰਗ ਟੂ ਉਹਦਾ ਫਾਰਮੂਲਾ ਖੇਤਰਫਲ ਪਤਾ ਕਰਨ ਲਈ। ਤਾਂ ਪਹਿਲਾਂ ਅਸੀਂ ਇਹਦੇ ਸਮਾਂਤਰ ਇੱਕ ਲਾਈਨ ਖਿੱਚੀ, ਠੀਕ ਹੈ। ਤਾਂ ਆਪਣੇ ਕੋਲ ਇੱਧਰ ਇੱਕ ਤਿਕੋਣ ਪਤਾ ਲੱਗ ਗਈ ਜਿਹਦਾ ਅਸੀਂ ਹੀਰੋ ਸੂਤਰ ਦੀ ਹੈਲਪ ਨਾਲ ਖੇਤਰਫਲ ਪਤਾ ਕੀਤਾ। ਉਸ ਖੇਤਰਫਲ ਨੂੰ ਅਸੀਂ ਦੂਸਰੇ ਖੇਤਰਫਲ ਦੇ ਫਾਰਮੂਲੇ ਦੇ ਬਰਾਬਰ ਰੱਖ ਲਿਆ ਜਿਹੜਾ ਕਿ ਕਾਹਦੇ ਬਰਾਬਰ ਹੁੰਦਾ 1/2 ਆਧਾਰ ਗੁਣਾ ਲੰਬ। ਤਾਂ ਉਹ ਤੋਂ ਸਾਨੂੰ ਲੰਬ ਯਾਨੀ ਕਿ ਦੂਰੀ ਪਤਾ ਲੱਗ ਗਈ ਤਾਂ ਅਸੀਂ ਉਸ ਤੋਂ ਖੇਤਰਫਲ ਪਤਾ ਕਰ ਲਿਆ। ਨੈਕਸਟ ਕੁਐਸਚਨ ਹੈ ਬੇਟਾ ਇੱਕ ਆਇਤਾਕਾਰ ਕਮਰੇ ਦੇ ਫਰਸ਼ ਦਾ ਮਾਪ 3 ਮੀਟਰ 60 ਸੈਂਟੀਮੀਟਰ ਗੁਣਾ 5 ਮੀਟਰ 40 ਸੈਂਟੀਮੀਟਰ ਹੈ। ਆਪਣੇ ਕੋਲ ਇੱਕ ਆਇਤਾਕਾਰ ਕਮਰਾ ਹੈ ਰਾਜੇ, ਠੀਕ ਹੈ, ਜਿਹਦਾ ਫਰਸ਼ ਆਪਾਂ ਨੂੰ ਦਿੱਤਾ ਹੋਇਆ ਹੈ ਉਹਦਾ ਮਾਪ ਕਿੰਨਾ ਹੈ 3 ਮੀਟਰ 60 ਸੈਂਟੀਮੀਟਰ ਅਤੇ 5 ਮੀਟਰ 40 ਸੈਂਟੀਮੀਟਰ। ਪਹਿਲਾਂ ਆਪਾਂ ਇਹਨੂੰ ਜਿਹੜਾ ਮਾਪ ਹੈ ਇਹਨੂੰ ਸੈਂਟੀਮੀਟਰ 'ਚ ਹੀ ਬਦਲ ਲੈਂਦੇ ਹਾਂ। ਤਾਂ ਇਹ ਜਦੋਂ ਸੈਂਟੀਮੀਟਰ 'ਚ ਬਦਲ ਲਾਂਗੇ ਤਾਂ ਇਹ ਕਿੰਨਾ ਆ ਜਾਊਗਾ 360 ਸੈਂਟੀਮੀਟਰ ਅਤੇ ਇਹ ਕਿੰਨਾ ਬਣ ਜਾਊਗਾ ਰਾਜੇ 540 ਸੈਂਟੀਮੀਟਰ। ਇਹ ਆਇਤਾਕਾਰ ਕਮਰੇ ਦਾ ਜਿਹੜਾ ਫਰਸ਼ ਹੈ ਉਹ ਹੈ। ਤਾਂ ਆਇਤਾਕਾਰ ਕਮਰੇ ਦਾ ਫਰਸ਼ ਦੀ ਲੰਬਾਈ ਚੌੜਾਈ ਅਲੱਗ-ਅਲੱਗ ਦਿੱਤੀ ਹੈ, ਮਤਲਬ ਆਇਤ ਦੀ ਸ਼ੇਪ ਦਾ ਹੋਊਗਾ। ਤਾਂ ਆਪਾਂ ਨੂੰ ਇਹ ਦਿੱਤਾ ਹੋਇਆ ਆਇਤਾਕਾਰ ਕਮਰੇ ਦਾ ਫਰਸ਼, ਠੀਕ ਹੈ, ਜਿਹਦੀ ਲੰਬਾਈ ਕਿੰਨੀ ਹੈ 360 ਸੈਂਟੀਮੀਟਰ ਅਤੇ ਚੌੜਾਈ ਹੈਗੀ ਹੈ 540 ਸੈਂਟੀਮੀਟਰ। ਅੱਗੇ ਕੀ ਕਹਿ ਰਿਹਾ ਬੇਟਾ ਇਸ ਨੂੰ ਵਰਗ ਟਾਇਲਾਂ ਨਾਲ ਢਕਿਆ ਜਾਣਾ ਹੈ। ਇਹਦੇ ਵਿੱਚ ਰਜੇ ਵਰਗ ਦੀਆਂ ਸ਼ੇਪ ਦੀਆਂ ਇਸ ਤਰ੍ਹਾਂ ਕੀ ਰੱਖੀਆਂ ਜਾਣੀਆਂ ਨੇ ਟਾਇਲਾਂ ਇਹਦੇ ਵਿੱਚ ਰੱਖੀਆਂ ਜਾਣੀਆਂ ਨੇ। ਕਹਿੰਦੇ ਫਰਸ਼ ਨੂੰ ਢਕਣ ਲਈ ਕਿੰਨੀਆਂ ਵੱਡੀਆਂ ਤੋਂ ਵੱਡੀਆਂ ਵਰਗ ਟਾਇਲਾਂ ਦੀ ਲੋੜ ਪਵੇਗੀ। ਆਪਾਂ ਇਹ ਦੱਸਣਾ ਵੀ ਇਸ ਕਮਰੇ ਦੇ ਵਿੱਚ ਫਰਸ਼ ਦੇ ਉੱਪਰ ਕਿੰਨੀਆਂ ਵੱਡੀਆਂ ਤੋਂ ਵੱਡੀਆਂ ਵਰਗ ਟਾਇਲਾਂ ਲੱਗਣਗੀਆਂ, ਉਹਨਾਂ ਦੀ ਗਿਣਤੀ ਪਤਾ ਕਰਨੀ ਹੈ ਕਿੰਨੀਆਂ ਲੱਗਣਗੀਆਂ। ਤਾਂ ਹੁਣ ਬੇਟਾ ਕਿਉਂਕਿ ਦੇਖੋ ਆਪਾਂ ਨੂੰ ਸਿਰਫ ਫਰਸ਼ ਦੀ ਲੰਬਾਈ ਚੌੜਾਈ ਦਿੱਤੀ ਹੋਈ ਹੈ, ਹੁਣ ਜਿਹੜੀਆਂ ਵਰਗ ਟਾਇਲਾਂ ਲੱਗਣਗੀਆਂ ਇਹਨਾਂ ਦੀ ਵੀ ਤਾਂ ਆਪਾਂ ਨੂੰ ਲੈਂਥ ਆਪਾਂ ਨੂੰ ਭੁਜਾ ਵਰਗ ਦੀ ਵੀ ਤਾਂ ਪਤਾ ਹੋਣੀ ਚਾਹੀਦੀ ਹੈ। ਜਿਹੜੀ ਟਾਇਲ ਹੈਗੀ ਵਰਗ ਵਾਲੀ ਲੱਗੂਗੀ ਪਹਿਲਾਂ ਆਪਾਂ ਨੂੰ ਉਹਦੀ ਭੁਜਾ ਪਤਾ ਕਰਨੀ ਪਊਗੀ, ਫਿਰ ਹੀ ਆਪਾਂ ਉਹਨਾਂ ਦੀ ਗਿਣਤੀ ਪਤਾ ਕਰ ਸਕਦੇ ਹਾਂ ਵੀ ਕਿੰਨੀਆਂ ਟਾਇਲਾਂ ਲੱਗਣਗੀਆਂ। ਹੁਣ ਉਹ ਗਿਣਤੀ ਅਸੀਂ ਕਿਵੇਂ ਪਤਾ ਕਰਾਂਗੇ, ਇਹ ਜਿਹੜੀਆਂ ਆਪਣੇ ਕੋਲ ਭੁਜਾਵਾਂ ਆਇਤਾਕਾਰ ਫਰਸ਼ ਦੀਆਂ ਦਿੱਤੀਆਂ ਨੇ ਇਹਨਾਂ ਦਾ HCF ਪਤਾ ਕਰਕੇ। ਤਾਂ ਆਪਾਂ ਪਹਿਲਾਂ 360 ਅਤੇ 540 ਦਾ HCF ਕੱਢ ਲੈਂਦੇ ਹਾਂ ਜੀ। ਜੋ HCF ਆਊਗਾ ਉਹ ਆਪਣੇ ਕੋਲ ਕੀ ਆ ਜੂਗੀ ਬੇਟਾ ਇਹ ਵਰਗਾਕਾਰ ਟਾਇਲ ਦੀ ਭੁਜਾ ਆ ਜੂਗੀ। ਤਾਂ HCF ਅਸੀਂ ਪਹਿਲਾਂ ਕੱਢ ਲੈਂਦੇ ਹਾਂ। ਤਾਂ 300 ਮੈਂ ਇਹਨੂੰ ਵੰਡ ਵਿਧੀ ਰਾਹੀਂ HCF ਕੱਢ ਰਹੀ ਹਾਂ। 360 ਬਾਹਰ 540 ਆਪਾਂ ਅੰਦਰ ਰੱਖ ਲਾਂਗੇ। ਪਹਿਲਾਂ 1 'ਤੇ ਜਾਏਗਾ ਤਾਂ 360 ਆ ਜਾਏਗਾ ਬੇਟੇ। ਤਾਂ 0 'ਚੋਂ 0 ਮਾਈਨਸ ਕੀਤੇ 0, 540 ਦੇ ਵਿੱਚੋਂ 360 ਮਾਈਨਸ ਕਰਾਂਗੇ ਬੇਟਾ ਆਪਣੇ ਕੋਲ ਬਚ ਜਾਏਗਾ 180। ਤਾਂ ਫਿਰ ਅੰਦਰ ਇੱਥੇ 360 ਉਤਾਰ ਲਾਂਗੇ, ਇਹ ਜਾਏਗਾ ਜੀ 2 'ਤੇ, ਇੱਥੇ ਆ ਜਾਏਗਾ 360। ਤਾਂ ਆਪਣੇ ਕੋਲ 360 ਅਤੇ 540 ਦਾ HCF ਕਿੰਨਾ ਆ ਗਿਆ ਮੰਮਾ ਸੱਸਾ ਵਾਵਾ ਕਿੰਨਾ ਆ ਗਿਆ ਬੇਟਾ 180 ਆ ਗਿਆ, ਠੀਕ ਹੈ। ਇਹ ਇਹਨਾਂ ਦਾ ਮੰਮਾ ਸੱਸਾ ਵਾਵਾ ਆ ਗਿਆ। ਯਾਨੀ ਕਿ ਆਪਾਂ ਨੇ ਜਿਹੜੀਆਂ ਵਰਗਾਕਾਰ ਟਾਇਲ ਲਗਾਉਣੀਆਂ ਨੇ ਉਹ ਕਿੰਨੇ ਬਾਏ ਕਿੰਨੇ ਦੀਆਂ ਲਗਾਉਣੀਆਂ ਨੇ 180 ਬਾਏ 180 ਦੀਆਂ ਲਗਾਉਣੀਆਂ ਨੇ, ਕਿਉਂਕਿ ਵਰਗਾਕਾਰ ਟਾਇਲ ਜਿਹੜੀ ਹੈਗੇ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ, ਠੀਕ ਹੈ। ਤਾਂ ਆਪਣੇ ਕੋਲ ਦੇਖੋ ਬੇਟਾ ਆਇਤਾਕਾਰ ਕਮਰੇ ਦੇ ਫਰਸ਼ ਦਾ ਮਾਪ ਦਿੱਤਾ ਸੀ 360 ਗੁਣਾ 540, ਠੀਕ ਹੈ। ਇਹ ਤਾਂ ਆਪਣੇ ਕੋਲ ਫਰਸ਼ ਦਾ ਖੇਤਰਫਲ ਆ ਗਿਆ ਬਟਾ ਵਰਗਾਕਾਰ ਟਾਇਲ ਦਾ ਖੇਤਰਫਲ ਕਿੰਨਾ ਆ ਜਾਊਗਾ ਜੀ 180 ਗੁਣਾ 180। ਜਦੋਂ ਇਹਦੇ ਖੇਤਰਫਲ ਨੂੰ ਅਸੀਂ ਇਹਦੇ ਖੇਤਰਫਲ ਨਾਲ ਡਿਵਾਈਡ ਕਰ ਦਾਂਗੇ ਤਾਂ ਸਾਨੂੰ ਪਤਾ ਲੱਗ ਜੂਗਾ ਵੀ ਉਹਦੇ ਉੱਪਰ ਕਿੰਨੀਆਂ ਟਾਇਲਾਂ ਲੱਗਣਗੀਆਂ। ਤਾਂ ਆਪਣੇ ਕੋਲ ਫਰਸ਼ ਦਾ ਖੇਤਰਫਲ ਕੱਢ ਲਿਆ ਬਟਾ ਵਰਗਾਕਾਰ ਟਾਇਲ ਦਾ ਖੇਤਰਫਲ ਕੱਢ ਲਿਆ। ਹੁਣ ਇਹਨੂੰ ਸੋਲਵ ਕਰ ਲੈਂਦੇ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਕਿੰਨੀਆਂ ਟਾਇਲਾਂ ਉਹਦੇ ਉੱਤੇ ਲੱਗਣਗੀਆਂ। 0 ਨਾਲ 0 ਕੈਂਸਲ, ਇਹ 0 ਨਾਲ ਇਹ 0 ਕੈਂਸਲ। 18 ਦੇ ਟੇਬਲ 'ਤੇ 18 1 'ਤੇ 36 2 'ਤੇ, 18 ਦੇ ਟੇਬਲ 'ਤੇ 18 1 'ਤੇ
18 ਟੇਬਲ ਤੇ 54 ਜਾਏਗਾ 3 ਤੇ, ਤਾਂ 2 ਗੁਣਾ 3 6, ਤਾਂ ਟੋਟਲ ਕਿੰਨੀਆਂ ਟਾਈਲਾਂ ਲੱਗਣਗੀਆਂ ਬੇਟਾ 6 ਟਾਈਲਾਂ ਲੱਗਣਗੀਆਂ ਆਪਣੇ ਕੋਲ ਆਇਤਾਕਾਰ ਫਰਸ਼ ਦੇ ਉੱਤੇ। ਇਟ ਮੀਨਸ ਪਹਿਲਾਂ ਬੇਟਾ ਆਪਾਂ ਨੂੰ ਆਇਤਾਕਾਰ ਕਮਰੇ ਦੇ ਫਰਸ਼ ਦਾ ਖੇਤਰਫਲ ਕੱਢਣਾ ਪੈਣਾ ਹੈ, ਫਿਰ ਆਪਾਂ ਨੂੰ ਵਰਗਾਕਾਰ ਟਾਇਲ ਦਾ ਖੇਤਰਫਲ ਕੱਢਣਾ ਪੈਣਾ ਹੈ। ਦੋਨਾਂ ਨੂੰ ਡਿਵਾਈਡ ਕਰਕੇ ਆਪਣੇ ਕੋਲ ਟਾਇਲਾਂ ਦੀ ਗਿਣਤੀ ਆ ਜਾਏਗੀ। ਨੈਕਸਟ ਕੁਐਸਚਨ ਹੈ ਬੇਟਾ, ਇੱਕ ਆਇਤਾਕਾਰ ਖੇਤ ਦੀ ਸਿੰਚਾਈ ਲਈ 160 ਮੀਟਰ ਦੀ 3 ਪਾਣੀ ਦੀ ਵਰਤੋਂ ਕੀਤੀ ਜਾਣੀ ਹੈ। ਇੱਕ ਖੇਤ ਹੈ ਰਜੇ ਆਇਤ ਦੀ ਸ਼ੇਪ ਦਾ, ਉਹਦੇ ਵਿੱਚ ਸਿੰਚਾਈ ਕਰਨੀ ਹੈ ਜਿੱਥੇ ਕਿੰਨਾ ਪਾਣੀ ਲੱਗੂਗਾ 160 ਮੀਟਰ ਦੀ ਘਾਤ 3, ਅਤੇ ਉਸ ਦਾ ਖੇਤਰਫਲ ਕਿੰਨਾ ਹੈ ਜਿੱਥੇ ਸਿੰਚਾਈ ਕੀਤੀ ਜਾਣੀ ਹੈ ਉਹਦਾ, ਉਸ ਜਗ੍ਹਾ ਦਾ ਖੇਤਰਫਲ ਕਿੰਨਾ ਹੈ ਬੇਟਾ 500 ਮੀਟਰ ਦੀ 2। ਕਹਿੰਦੇ ਸਿੰਚਾਈ ਤੋਂ ਬਾਅਦ ਖੇਤ ਵਿੱਚ ਪਾਣੀ ਦੇ ਪੱਧਰ ਦੀ ਉਚਾਈ ਦੱਸਣੀ ਹੈ ਕਿੰਨੀ ਹੋਊਗੀ। ਹੁਣ ਓਬਵੀਅਸ ਹੈ ਜਦੋਂ ਉਹ 'ਚ ਸਿੰਚਾਈ ਕਰਾਂਗੇ ਤਾਂ ਉਹਦੇ ਨਾਲ ਪਾਣੀ ਦਾ ਲੈਵਲ ਉੱਚਾ ਤਾਂ ਹੋਊਗਾ ਹੀ, ਤਾਂ ਉਹਦੀ ਉਚਾਈ ਪਤਾ ਕਰਨੀ ਹੈ ਬੇਟਾ ਕਿੰਨੀ ਹੋਊਗੀ। ਹੁਣ ਦੇਖੋ ਪਹਿਲਾਂ ਉਹਦਾ ਖੇਤਰਫਲ ਕਿੰਨਾ ਸੀ 800 ਮੀਟਰ ਦੀ 2, ਠੀਕ ਹੈ। ਆਪਣੇ ਕੋਲ ਦੇਖੋ ਬੇਟਾ ਨਾਲ ਦੂਜੀ ਗੱਲ ਇਹਦੇ ਵਿੱਚ 160 ਮੀਟਰ ਦੀ 3 ਦਿੱਤਾ ਹੋਇਆ, ਮਤਲਬ ਉਹਦੇ ਵਿੱਚ ਪਾਣੀ ਇੰਨਾ ਪਾਉਣਾ ਹੈ, ਇਹਦਾ ਮਤਲਬ ਉਸ ਖੇਤ ਦੀ ਇਹ ਪਾਣੀ ਦੀ ਕਪੈਸਿਟੀ ਹੈ, ਮਤਲਬ ਇਹਦਾ ਆਇਤਨ ਹੈ, ਠੀਕ ਹੈ। ਆਪਣੇ ਕੋਲ ਆਇਤਨ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਰਜੇ ਕੀ ਹੁੰਦਾ, L ਗੁਣਾ B ਗੁਣਾ H, ਉਹ ਕਾਹਦੇ ਬਰਾਬਰ ਦਿੱਤਾ ਹੋਇਆ ਆਪਾਂ ਨੂੰ 160, ਤਾਂ L ਗੁਣਾ B ਉਹ ਕੀ ਹੋ ਗਿਆ ਆਇਤ ਦੇ ਖੇਤਰਫਲ ਦਾ ਫਾਰਮੂਲਾ। ਖੇਤਰਫਲ ਸਾਨੂੰ ਕਿੰਨਾ ਦਿੱਤਾ ਹੋਇਆ ਬੇਟਾ 800, ਤਾਂ L ਗੁਣਾ B ਦੀ ਜਗ੍ਹਾ 'ਤੇ ਮੈਂ ਕਿੰਨਾ ਲਿਖ ਦਿੰਦੀ ਹਾਂ 800 ਗੁਣਾ H ਬਰਾਬਰ ਕਿਹਦੇ 160 ਦੇ, ਤਾਂ 800 ਉੱਧਰ ਜਾ ਕੇ ਕੀ ਹੋ ਜਾਏਗਾ ਬੇਟਾ ਡਿਵਾਈਡ, ਤਾਂ 160 ਬਟਾ 800 ਆ ਜਾਏਗਾ, ਠੀਕ ਹੈ। ਤਾਂ 0 ਨਾਲ 0 ਕੱਟ ਕਿੰਨਾ ਆ ਗਿਆ 1 ਬਟਾ 5 ਮੀਟਰ ਇਹ ਆ ਗਿਆ। ਆਪਣੇ ਕੋਲ ਜਿਹੜਾ ਆਨਸਰ ਨੇ ਉਹ ਸਾਰੇ ਕੀ ਦਿੱਤੇ ਹੋਏ ਨੇ ਸੈਂਟੀਮੀਟਰ 'ਚ ਦਿੱਤੇ ਹੋਏ ਨੇਗੇ, ਠੀਕ ਹੈ। ਤਾਂ ਆਪਾਂ ਕਿਉਂਕਿ ਬਟੇ ਦੇ ਵਿੱਚ ਇਸ ਅਕੋਰਡਿੰਗ ਕੋਈ ਵੀ ਆਨਸਰ ਨਹੀਂ ਦਿੱਤਾ ਹੋਇਆ, ਤਾਂ ਇਹਨੂੰ ਆਪਾਂ ਸੈਂਟੀਮੀਟਰ 'ਚ ਚੇਂਜ ਕਰ ਲੈਂਦੇ ਹਾਂ। ਮੀਟਰ ਨੂੰ ਸੈਂਟੀਮੀਟਰ 'ਚ ਚੇਂਜ ਕਰਨ ਲਈ 100 ਨਾਲ ਗੁਣਾ ਕਰ ਦਿੰਦੇ ਹਾਂ, 1/5 ਗੁਣਾ 100, 5 ਇਹ ਤਾਂ ਇਹ ਸੈਂਟੀਮੀਟਰ 'ਚ ਚੇਂਜ ਹੋ ਜਾਊਗਾ, 5 ਦੇ ਟੇਬਲ 'ਤੇ 100 ਜਾਊਗਾ 20 'ਤੇ, ਤਾਂ 20 ਸੈਂਟੀਮੀਟਰ ਜਿਹੜਾ ਹੈਗਾ ਇਸ ਦਾ ਆਨਸਰ ਆ ਜੂਗੀ, ਉਚਾਈ ਦੀ ਵੈਲਿਊ ਆ ਜੂਗੀ, ਤਾਂ 20 ਸੈਂਟੀਮੀਟਰ, ਯਾਨੀ ਕਿ ਸੈਕਿੰਡ ਆਪਸ਼ਨ ਇਸ ਦਾ ਸਹੀ ਆਨਸਰ ਆ ਜਾਊਗਾ ਬੇਟੇ। ਨੈਕਸਟ ਕੁਐਸਚਨ ਹੈ ਬੇਟਾ, ਕਿੰਨੇ 20 ਸੈਂਟੀਮੀਟਰ ਦੇ ਕਿਨਾਰੇ ਵਾਲੇ ਛੋਟੇ ਕਣ 2 ਮੀਟਰ ਕਿਨਾਰੇ ਵਾਲੇ ਘਣਾਕਾਰ ਬਕਸੇ ਵਿੱਚ ਰੱਖੇ ਜਾ ਸਕਦੇ ਨੇ। 20 ਸੈਂਟੀਮੀਟਰ ਦੇ ਕਿਨਾਰੇ ਵਾਲੇ ਛੋਟੇ ਕਣਾਂ ਨੂੰ ਰੱਖਣਾ ਹੈ ਕਿਹਦੇ ਵਿੱਚ 2 ਮੀਟਰ ਕਿਨਾਰੇ ਵਾਲੇ ਘਣਾਕਾਰ ਬਕਸੇ ਦੇ ਵਿੱਚ। ਹੁਣ ਇਹ 'ਚ ਦੇਖੋ ਸੈਂਟੀਮੀਟਰ 'ਚ ਦਿੱਤਾ, ਇਹ 'ਚ ਕੀ ਦਿੱਤੀ ਹੈ ਆਪਣੇ ਕੋਲ ਭੁਜਾ ਮੀਟਰ 'ਚ ਦਿੱਤੀ ਹੈ, ਠੀਕ ਹੈ। ਤਾਂ ਪਹਿਲਾਂ ਦੇਖੋ ਇਹ ਦੱਸਣਾ ਵੀ ਇਹ ਵਾਲੇ ਕਣ ਇਹਦੇ ਵਿੱਚ ਕਿੰਨੇ ਰੱਖੇ ਜਾ ਸਕਦੇ ਨੇਗੇ, ਠੀਕ ਹੈ। ਤਾਂ ਆਪਾਂ ਪਹਿਲਾਂ ਦੋਨਾਂ ਦਾ ਆਇਤਨ ਕੱਢ ਲੈਂਦੇ ਹਾਂ। ਪਹਿਲਾਂ ਮੈਂ ਇਸ ਬਕਸੇ ਦਾ ਆਇਤਨ ਕੱਢ ਲੈਂਦੀ ਹਾਂ। ਘਣਾਕਾਰ ਬਕਸੇ ਦਾ ਆਇਤਨ ਕਿੰਨਾ ਆ ਗਿਆ ਜੀ, ਆਪਣੇ ਕੋਲ ਘਣ ਦੇ ਆਇਤਨ ਦਾ ਫਾਰਮੂਲਾ ਹੁੰਦਾ ਭੁਜਾ ਗੁਣਾ ਭੁਜਾ ਗੁਣਾ ਭੁਜਾ, ਜਾਂ ਕਹਿ ਲਓ ਭੁਜਾ ਦੀ ਘਾਤ 3, ਤਾਂ ਯਾਨੀ ਕਿ ਇਹਦੀ ਆਪਣੇ ਕੋਲ ਭੁਜਾ ਕਿੰਨੀ ਦਿੱਤੀ ਹੋਈ ਹੈ 2, ਤਾਂ 2 ਦੀ ਘਾਤ 3, ਯਾਨੀ ਕਿ ਕਿੰਨਾ ਆ ਗਿਆ 8। ਇਹ 8 ਮੀਟਰ ਦੀ 3 ਆਇਆ ਕਿਉਂਕਿ ਆਪਣੇ ਕੋਲ ਇੱਥੇ ਮੀਟਰ ਦਿੱਤਾ ਹੈ। ਹੁਣ ਇਹ ਆਪਾਂ ਨੂੰ ਸੈਂਟੀਮੀਟਰ 'ਚ ਦਿੱਤਾ ਹੈ, ਤਾਂ ਆਪਾਂ ਇਹਨੂੰ ਸੈਂਟੀਮੀਟਰ 'ਚ ਬਦਲ ਲੈਂਦੇ ਹਾਂ। ਤਾਂ ਸੈਂਟੀਮੀਟਰ 'ਚ ਬਦਲਣ ਲਈ ਆਪਾਂ ਨੂੰ ਕੀ ਕਰਨਾ ਪਊਗਾ ਰਜੇ ਇਹਦੀ, ਕਿਉਂਕਿ 1 ਮੀਟਰ ਨੂੰ ਸੈਂਟੀਮੀਟਰ 'ਚ ਬਦਲਣ ਲਈ ਤਾਂ 100 ਨਾਲ 100 ਸੈਂਟੀਮੀਟਰ 1 ਮੀਟਰ ਆਪਣੇ ਕੋਲ 100 ਸੈਂਟੀਮੀਟਰ ਦੇ ਬਰਾਬਰ ਹੁੰਦਾ, ਪਰ ਇੱਥੇ ਮੀਟਰ ਦੀ ਕਿਊਬ ਹੈ ਬੇਟਾ, ਮੀਟਰ ਦੀ ਕਿਊਬ ਹੈ, ਮਤਲਬ 100 ਨੂੰ 3 ਵਾਰ ਗੁਣਾ ਕਰਨੀ ਪਏਗੀ, ਠੀਕ ਹੈ। ਤਾਂ ਇੱਥੇ 8 ਨੂੰ 3 ਵਾਰ 100 ਦੇ ਨਾਲ ਆਪਾਂ ਗੁਣਾ ਕਰਾਂਗੇ ਤਾਂ ਜਾ ਕੇ ਉਹ ਸੈਂਟੀਮੀਟਰ ਕਿਊਬ ਦੇ ਵਿੱਚ ਬਦਲੂਗਾ, ਠੀਕ ਹੈ। ਤਾਂ ਇਹ 8 ਦੇ ਵਿੱਚ ਕਿੰਨੀਆਂ ਜ਼ੀਰੋਸ ਲੱਗ ਜਾਣਗੀਆਂ 2 4 6, ਤਾਂ ਆਪਣੇ ਕੋਲ ਇਹ ਇਹਦਾ ਕੀ ਆ ਗਿਆ ਪਹਿਲੇ ਕਣ ਦਾ, ਇਹ ਜਿਹੜਾ ਜਿਹਦੀ ਆਪਣੇ ਕੋਲ 2 ਮੀਟਰ ਕਿਨਾਰ ਹੈ ਇਹ ਉਸ ਦਾ ਆਇਤਨ ਆਇਆ ਆਪਣੇ ਕੋਲ, ਠੀਕ ਹੈ ਜੀ। ਹੁਣ ਆਪਾਂ ਦੂਸਰੇ ਕਣ ਦਾ ਆਇਤਨ ਕੱਢ ਲੈਂਦੇ ਹਾਂ। ਦੂਸਰੇ ਕਣ ਦਾ ਆਇਤਨ ਕਿੰਨਾ ਆ ਜਾਊਗਾ, ਉਹਦੀ ਭੁਜਾ ਕਿੰਨੀ ਹੈ ਬੇਟਾ 20 ਸੈਂਟੀਮੀਟਰ, ਤਾਂ ਇਹਦੇ ਇਸ ਕਣ ਦਾ ਆਇਤਨ ਕਿੰਨਾ ਆ ਜਾਊਗਾ ਆਪਣੇ ਕੋਲ 20 ਦੀ ਘਾਤ 3, ਤਾਂ 20 ਦੀ ਘਾਤ 3 ਕਿੰਨਾ ਬਣ ਗਿਆ 20 ਗੁਣਾ 20 ਗੁਣਾ 20, ਮਤਲਬ 2 ਗੁਣਾ 2 ਗੁਣਾ 2 ਕਿੰਨਾ ਆ ਗਿਆ 8, 8000
ਸੈਂਟੀਮੀਟਰ ਦੀ 3। ਆਪਾਂ ਨੇ ਦੱਸਣਾ ਹੈ ਇਸ ਮੀਟਰ ਕਿਨਾਰੇ ਵਾਲੇ ਘਨਾਕਾਰ ਬਕਸੇ ਦੇ ਵਿੱਚ ਇਹਦੇ ਵਾਲੇ ਕਿੰਨੇ ਬਕਸੇ ਰੱਖਦੇ ਨੇ। ਦੇਖੋ ਇਹਦਾ ਕਿਨਾਰਾ, ਇਹਦਾ ਆਪਣੇ ਕੋਲ ਆਇਤਨ ਕਿੰਨਾ ਆਇਆ ਸੀ 8 ਦੇ ਪਿੱਛੇ ਆਪਣੇ ਕੋਲ 6 ਜ਼ੀਰੋ, ਇਹਦਾ ਆਇਤਨ 8000 ਆਇਆ। ਠੀਕ ਹੈ, ਤਾਂ ਇਹਨੂੰ ਇਹਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ ਘਣਾ ਦੀ ਗਿਣਤੀ ਆ ਜਾਊਗੀ ਵੀ ਉਹਦੇ ਵਿੱਚ ਉਹਦੇ ਵਾਲੇ ਕਿੰਨੇ ਬਕਸੇ ਰੱਖੇ ਜਾ ਸਕਦੇ ਨੇ। ਹੁਣ ਨੀਚੇ 3 ਜ਼ੀਰੋ ਆ, ਇਹ ਉੱਪਰ 3 ਜ਼ੀਰੋ ਨਾਲ ਕੱਟ ਗਈਆਂ। 8 ਦੇ ਟੇਬਲ 'ਤੇ 8000 ਬੇਟਾ ਕਿੰਨੇ ਦੇ ਜਾਊਗਾ 1000 'ਤੇ, ਤਾਂ ਆਪਣੇ ਕੋਲ ਕਿੰਨੇ ਬਕਸੇ ਰੱਖੇ ਜਾ ਸਕਦੇ ਨੇ ਬੇਟਾ 1000 ਬਕਸੇ ਰੱਖੇ ਜਾ ਸਕਦੇ ਨੇ। ਤਾਂ ਸਾਡੇ ਕੋਲ ਤੀਸਰਾ ਆਪਸ਼ਨ ਇਸ ਦਾ ਸਹੀ ਆਨਸਰ ਆ ਜਾਊਗਾ ਬੇਟੇ। 13ਵਾਂ ਕੁਐਸਚਨ ਹੈ ਬੇਟੇ, 2 ਸਿਲੰਡਰਾਂ ਦੇ ਅਰਧ ਵਿਆਸਾਂ ਦਾ ਅਨੁਪਾਤ 1:2 ਹੈ। ਆਪਣੇ ਕੋਲ 2 ਸਿਲੰਡਰਾਂ ਦੇ ਅਰਧ ਵਿਆਸ ਹੈ, ਇੱਕ ਦਾ R1 ਮੰਨ ਲੈਂਦੇ ਹਾਂ, ਇੱਕ ਦਾ R2 ਮੰਨ ਲੈਂਦੇ ਹਾਂ। ਉਹਦਾ ਅਨੁਪਾਤ ਕਿੰਨਾ ਦਿੱਤਾ ਬੇਟਾ ਆਪਾਂ ਨੂੰ 1/2, ਅਤੇ ਉਹਨਾਂ ਦੀਆਂ ਉਚਾਈਆਂ 2:3 ਦੇ ਵਿੱਚ ਹਨ। ਇਹਨਾਂ ਦੀ ਉਚਾਈ ਇੱਕ H1 ਮੰਨ ਲੈਂਦੇ ਹਾਂ, ਇੱਕ ਦੀ H2 ਮੰਨ ਲੈਂਦੇ ਹਾਂ। ਉਹਨਾਂ ਦਾ ਅਨੁਪਾਤ ਬੇਟਾ ਆਪਾਂ ਨੂੰ ਕਿੰਨਾ ਦਿੱਤਾ ਹੋਇਆ 2:3। ਕੀ ਕਹਿ ਰਿਹਾ, ਉਹਨਾਂ ਦੇ ਆਇਤਨ ਦਾ ਅਨੁਪਾਤ ਦੱਸੋ। ਕਿਹਦੇ ਆਇਤਨ ਦਾ, ਸਿਲੰਡਰਾਂ ਦੇ ਆਇਤਨ ਦਾ ਅਨੁਪਾਤ ਦੱਸਣਾ ਹੈ ਕਿੰਨਾ ਹੋਊਗਾ। ਆਪਾਂ ਨੂੰ ਪਤਾ ਹੈ ਬੇਟਾ ਸਿਲੰਡਰ ਦੇ ਆਇਤਨ ਦਾ ਆਪਣਾ ਫਾਰਮੂਲਾ ਕੀ ਹੁੰਦਾ ਹੈ πr/2h। ਠੀਕ ਹੈ, ਇਹ ਫਾਰਮੂਲਾ ਹੁੰਦਾ ਹੈ। ਹੁਣ ਆਪਾਂ ਪਹਿਲੇ ਆਪਣੇ ਸਿਲੰਡਰ ਦੇ ਆਪਾਂ ਆਇਤਨ ਦਾ ਫਾਰਮੂਲਾ ਲੈ ਲੈਂਦੇ ਹਾਂ। ਇੱਥੇ R1 ਕਿਉਂਕਿ ਉਹਦਾ ਅਰਧ ਵਿਆਸ ਮੈਨੇ R1 ਮੰਨਿਆ ਸੀ ਅਤੇ ਇਹਦੀ ਉਚਾਈ ਮੈਨੇ H1 ਮੰਨੀ ਸੀ। ਠੀਕ ਹੈ, ਅਨੁਪਾਤ ਕੱਢਣਾ। ਠੀਕ ਹੈ, ਤਾਂ πr ਇੱਥੇ 2 ਦੀ 2, ਠੀਕ ਹੈ, ਇੱਥੇ H2। ਇਹਦਾ ਰੀਜ਼ਨ ਕੀ ਹੈ, ਕਿਉਂਕਿ ਪਹਿਲੇ ਸਿਲੰਡਰ ਦਾ ਅਰਧ ਵਿਆਸ ਮੈਨੇ R1 ਮੰਨਿਆ ਅਤੇ ਉਚਾਈ ਉਹਦੀ H1 ਮੰਨੀ ਹੈ, ਅਤੇ ਦੂਸਰੇ ਸਿਲੰਡਰ ਦੀ ਅਰਧ ਵਿਆਸ ਮੈਨੇ R2 ਮੰਨਿਆ ਅਤੇ ਉਚਾਈ ਉਹਦੀ H2 ਮੰਨੀ। ਦੋਨਾਂ ਦਾ ਕੀ ਪਤਾ ਕਰਨਾ ਬੇਟਾ ਅਨੁਪਾਤ। ਹੁਣ ਪਾਈ ਨਾਲ ਤਾਂ ਪਾਈ ਕੱਟ ਗਿਆ। ਠੀਕ ਹੈ ਜੀ, ਤਾਂ R1/R2 ਇਹ ਆਪਾਂ ਨੂੰ ਕਿੰਨਾ ਦਿੱਤਾ ਸੀ 1/2। ਇੱਥੇ R1/R2 ਦਾ ਸਕੇਅਰ ਚਾਹੀਦਾ, ਤਾਂ ਇਹਦਾ ਕੀ ਕਰ ਦਾਂਗੇ ਸਕੇਅਰ। 1/2 ਦਾ ਸਕੇਅਰ ਬੇਟਾ ਕਿੰਨਾ ਬਣ ਜਾਊਗਾ 1/4 ਗੁਣਾ ਇੱਧਰ ਕੀ ਹੈ H1/H2। H1/H2 ਆਪਾਂ ਨੇ ਇੱਧਰ ਆ ਦੇਖੋ ਲਿਖਿਆ ਕਿੰਨਾ 2/3, ਅਤੇ ਇਹਦੀ ਗੁਣਾ ਕਰ ਦਿੰਦੇ ਹਾਂ 2/3 ਨਾਲ। 2 ਦੇ ਟੇਬਲ 'ਤੇ 2 ਜਾਊਗਾ 1 'ਤੇ, 4 ਜਾਊਗਾ ਆਪਣੇ ਕੋਲ 2 'ਤੇ, ਤਾਂ ਕਿੰਨਾ ਬਣ ਗਿਆ 1/6। ਤਾਂ ਕਿੰਨਾ ਅਨੁਪਾਤ ਆ ਗਿਆ 1:1:6 ਆ ਗਿਆ। ਤਾਂ 13ਵੇਂ ਦਾ ਪਹਿਲਾ ਆਪਸ਼ਨ ਇਸ ਦਾ ਸਹੀ ਆਨਸਰ ਆ ਜਾਏਗਾ ਬੇਟਾ। ਨੈਕਸਟ ਕੁਐਸਚਨ ਹੈ, ਰਮੇਸ਼ ਕੋਲ 3 ਡੱਬੇ ਹਨ। ਠੀਕ ਹੈ, ਇੱਕ ਤਾਂ ਪਹਿਲਾ ਤਾਂ ਹੈਗਾ ਲੰਬ ਚੱਕਰੀ ਸਿਲੰਡਰ ਆਕਾਰ ਦਾ ਡੱਬਾ ਉਹਦੇ ਕੋਲੇ ਸਿਲੰਡਰ ਸ਼ੇਪ ਦਾ, ਜਿਹਦਾ ਅਰਧ ਵਿਆਸ ਕਿੰਨਾ R ਅਤੇ ਉਚਾਈ ਹੈਗੀ ਹੈ H। ਠੀਕ ਹੈ, ਫਿਰ ਹੈਗਾ ਲੰਬ ਚੱਕਰੀ ਸਿਲੰਡਰ ਆਕਾਰ ਦਾ ਡੱਬਾ ਜਿਹਦਾ ਅਰਧ ਵਿਆਸ 2R ਅਤੇ ਉਚਾਈ ਕਿੰਨੀ ਹੈ 1/2H। ਫਿਰ ਤੀਸਰਾ ਕਿਹੜਾ ਡੱਬਾ ਘਣ ਆਕਾਰ ਦਾ ਡੱਬਾ ਜਿਹਦਾ ਮਾਪ ਹੈਗਾ R×R×H। ਕਹਿੰਦੇ ਇਹਨਾਂ ਡੱਬਿਆਂ ਨੂੰ ਉਹਨਾਂ ਦੀ ਸਮਰੱਥਾ ਅਨੁਸਾਰ, ਸਮਰੱਥਾ ਮਤਲਬ ਉਹਨਾਂ ਦੇ ਆਇਤਨ ਅਨੁਸਾਰ, ਕਪੈਸਿਟੀ ਅਨੁਸਾਰ, ਵੋਲੀਅਮ ਅਨੁਸਾਰ ਵੱਧਦੇ ਕ੍ਰਮ ਵਿੱਚ ਹੇਠਾਂ ਦਿੱਤਿਆਂ ਵਿੱਚ ਕਿਹੜੇ ਵਿਕਲਪ ਅਨੁਸਾਰ ਉਹਨੂੰ ਰੱਖਿਆ ਜਾ ਸਕਦਾ। ਤਾਂ ਇਟ ਮੀਨਸ ਆਪਾਂ ਨੂੰ ਸਾਰਿਆਂ ਦਾ ਕੀ ਪਤਾ ਕਰਨਾ ਪਊਗਾ ਬੇਟੇ ਆਇਤਨ ਪਤਾ ਕਰਨਾ ਪਊਗਾ ਕਿ। ਤਾਂ ਆਪਣੇ ਕੋਲ ਬੇਟਾ ਸਿਲੰਡਰ ਦੇ ਵੋਲੀਅਮ ਦਾ ਫਾਰਮੂਲਾ ਕੀ ਹੁੰਦਾ πr/2h। ਦੇਖੋ R ਅਰਧ ਵਿਆਸ R ਹੀ ਦਿੱਤਾ ਹੈ ਤਾਂ R ਆ ਜਾਏਗਾ, ਉਚਾਈ H ਹੈ ਤਾਂ H, ਤਾਂ ਮਤਲਬ ਪਹਿਲੇ A ਦਾ ਆਪਣੇ ਕੋਲ ਵੋਲੀਅਮ ਕੀ ਆ ਗਿਆ πr/2h ਆ ਗਿਆ। ਹੁਣ ਅਸੀਂ B ਦਾ ਆਪਾਂ ਕੱਢਦੇ ਹਾਂ। B ਦੇ ਵਿੱਚ ਦੇਖੋ ਅਰਧ ਵਿਆਸ ਕਿੰਨਾ ਦਿੱਤਾ ਹੈ 2R, ਤਾਂ R/2h ਹੁੰਦਾ ਨਾ ਫਾਰਮੂਲਾ, ਦੇਖੋ πr/2h ਹੁੰਦਾ। R ਦੀ ਜਗ੍ਹਾ ਆਪਾਂ ਨੂੰ ਅਰਧ ਵਿਆਸ ਕਿੰਨਾ ਦਿੱਤਾ 2R, ਤਾਂ π2R/2h। ਉਚਾਈ ਕਿੰਨੀ ਦਿੱਤੀ ਹੈ ਬੇਟਾ 1/2H, 1/2H, ਤਾਂ ਕਿਹਦੇ ਬਰਾਬਰ ਆ ਗਿਆ ਇਹ ਪਾਈ। ਠੀਕ ਹੈ, 2R/2, 2 ਦੀ ਘਾਤ 2 4, R/2 ਮਤਲਬ R/2 ਇੱਥੇ ਗੁਣਾ 1/2H, ਤਾਂ 2 ਦੇ ਟੇਬਲ 'ਤੇ 4 ਜਾਏਗਾ ਬੇਟਾ 2 'ਤੇ। ਠੀਕ ਹੈ, ਤਾਂ ਕਿੰਨਾ ਆ ਗਿਆ 2πr/2H ਆ ਗਿਆ। ਇਹ ਕੀ ਆ ਗਿਆ ਆਪਣੇ ਕੋਲ ਬੇਟਾ B ਦਾ ਆਇਤਨ ਆ ਗਿਆ। A ਦਾ ਆਇਆ ਸੀ πr/2H ਅਤੇ B ਦਾ ਆਇਆ ਸਾਡੇ ਕੋਲ ਇਹ 2πr/2H। ਹੁਣ ਅਸੀਂ ਕੱਢਦੇ ਹਾਂ ਬੇਟਾ C ਦਾ ਕੀ ਹੈਗਾ ਘਣ ਆਕਾਰ ਦਾ ਡੱਬਾ ਜਿਹਦੀਆਂ ਭੁਜਾਵਾਂ ਕਿੰਨੀਆਂ ਨੇ R ਅਤੇ H। ਠੀਕ ਹੈ,
ਤਾਂ R ਗੁਣਾ H ਇਹਦਾ ਆਇਤਨ ਆ ਜਾਏਗਾ। ठीक है, अपने कोल इन्ना R गुणा R कितना बन जाएगा R² H, ये अपने कोल किहदा आ गया C ਦਾ ਆਇਤਨ ਆ ਗਿਆ। ਹੁਣ ਆਪਾਂ ਨੇ ਇਹਨਾਂ ਦੇ ਆਇਤਨ ਨੂੰ ਵਾਧੇ ਕ੍ਰਮ ਦੇ ਵਿੱਚ ਲਗਾਉਣਾ ਹੈ ਬੇਟੇ, ਦੱਸਣਾ ਹੈ ਵੀ ਕਿੰਨਾ ਆਏਗਾ। ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਬੇਟੇ, ਹੁਣ ਦੇਖੋ ਆਪਣੇ ਕੋਲ ਪਾਈ ਦੀ ਵੈਲਿਊ ਕਿੰਨੀ ਹੁੰਦੀ ਹੈ 3.14 ਆਪਣੇ ਕੋਲ ਇਹਦੀ ਵੈਲਿਊ ਹੁੰਦੀ ਹੈ। ਅਗਰ ਅਸੀਂ R ਤੇ H ਦੀ ਕੋਈ ਵੈਲਿਊ ਅਗਰ ਆਪਾਂ ਮੰਨ ਲੈਂਦੇ ਹਾਂ ਵੀ R ਤੇ H ਦੀ ਕੋਈ ਵੈਲਿਊ ਆਪਾਂ ਆਪਣੇ ਵੱਲੋਂ ਸਪੋਜ਼ ਕਰ ਲੈਂਦੇ ਹਾਂ, ਠੀਕ ਹੈ। ਤਾਂ ਅਗਰ ਆਪਾਂ ਉਹਨਾਂ ਵੈਲਿਊਜ਼ ਨੂੰ ਇਹਨਾਂ ਦੇ ਵਿੱਚ ਪੁੱਟ ਕਰਦੇ ਹਾਂ, ਇਹਨਾਂ ਦੇ ਆਇਤਨ ਦੇ ਵਿੱਚ ਆਪਾਂ ਪੁੱਟ ਕਰਦੇ ਹਾਂ, ਤਾਂ ਆਪਣੇ ਕੋਲ ਉਸ ਅਕੋਰਡਿੰਗ ਬੇਟਾ C ਦੀ ਵੈਲਿਊ ਜਿਹੜੀ ਹੈਗੀ ਹੈ ਸਭ ਤੋਂ ਘੱਟ ਆਏਗੀ। ਕਿਉਂਕਿ ਦੇਖੋ ਇਹਦੇ ਵਿੱਚ ਪਹਿਲਾਂ ਦੇਖੋ B ਦੇ ਪਹਿਲਾਂ B ਦੀ ਵੈਲਿਊ ਦੇਖੋ ਧਿਆਨ ਨਾਲ। ਜੇ ਅਸੀਂ B ਦੀ ਵੈਲਿਊ ਦੇਖੀਏ, B ਦੀ ਵੈਲਿਊ ਦੇ ਵਿੱਚ 2 ਨਾਲ ਗੁਣਾ ਪਾਈ ਨਾਲ ਗੁਣਾ R² H ਦੀ। C ਦੀ ਵੈਲਿਊ 'ਚ ਇਕੱਲਾ R² H ਹੈ ਬੇਟਾ ਆਪਣੇ ਕੋਲੇ, ਠੀਕ ਹੈ। ਅਤੇ A ਦੀ ਵੈਲਿਊ ਦੇ ਵਿੱਚ R² H ਦੇ ਨਾਲ ਕੀ ਗੁਣਾ ਹੋ ਗਿਆ ਪਾਈ ਵੀ ਗੁਣਾ ਹੋ ਗਿਆ, ਮਤਲਬ ਕੋਈ ਨੰਬਰ ਗੁਣਾ ਹੋ ਗਿਆ, ਠੀਕ ਹੈ। ਫਿਰ B ਦੀ ਵੈਲਿਊ ਦੇ ਵਿੱਚ π² H ਨਾਲ 2 ਵੀ ਗੁਣਾ 'ਚ ਹੋ ਗਿਆ। ਇਟ ਮੀਨਸ B ਦੀ ਵੈਲਿਊ ਤਾਂ ਸਭ ਤੋਂ ਵੱਡੀ ਹੋ ਗਈ, ਉਸ ਤੋਂ ਛੋਟੀ ਵੈਲਿਊ ਕਿਹਦੀ ਹੋ ਗਈ A ਦੀ ਵੈਲਿਊ ਹੋ ਗਈ, ਉਸ ਤੋਂ ਛੋਟੀ C ਦੀ ਵੈਲਿਊ ਹੋ ਗਈ। ਤਾਂ ਆਪਾਂ ਇਹਨੂੰ ਵੱਧਦੇ ਕ੍ਰਮ 'ਚ ਲਗਾਉਣਾ ਹੈ, ਤਾਂ ਪਹਿਲਾਂ C ਦੀ ਸਭ ਤੋਂ ਛੋਟੀ, ਫਿਰ ਉਸ ਤੋਂ ਬਾਅਦ A ਦੀ, ਉਸ ਤੋਂ ਬਾਅਦ B ਦੀ। ਤਾਂ ਤੀਸਰਾ ਆਪਸ਼ਨ ਇਸ ਦਾ ਸਹੀ ਆਂਸਰ ਆ ਜਾਏਗਾ। ਨੈਕਸਟ ਕੁਐਸਚਨ ਹੈ ਬੇਟੇ, ਮੋਹਿਤ ਪਾਰਕ ਵਿੱਚ ਇੱਕ ਤਲਾਬ ਜੋੜਨਾ ਚਾਹੁੰਦਾ ਹੈ। ਬਜਟ ਨਿਰਧਾਰਿਤ ਕਰਦੇ ਸਮੇਂ ਉਸਨੇ ਇਹ ਨਿਸ਼ਚਿਤ ਕੀਤਾ ਕਿ ਇੱਥੇ ਇੱਕ ਬੇਬੀ ਤਲਾਬ ਵੀ ਸਥਾਪਿਤ ਕਰਨਾ ਯੋਗ ਹੋਵੇਗਾ, ਜਿਸ ਵਿੱਚ 15 ਕਿਊਬਿਕ ਫੁੱਟ ਤੋਂ ਘੱਟ ਪਾਣੀ ਦੀ ਜ਼ਰੂਰਤ ਹੈ, ਠੀਕ ਹੈ। ਇੱਕ ਮੋਹਿਤ ਇੱਕ ਪਾਰਕ ਹੈ, ਉਹਦੇ ਕੋਲ ਉਹਦੇ ਵਿੱਚ ਉਹ ਇੱਕ ਤਲਾਬ ਬਣਾਉਣਾ ਚਾਹੁੰਦਾ ਹੈ। ਉਹਨੇ ਬਜਟ ਜਦੋਂ ਉਹਨੇ ਬਣਾਇਆ ਤਾਂ ਉਹਨੇ ਦੇਖਿਆ ਕਿ ਇੱਥੇ ਕੀ ਬਣਨਾ ਚਾਹੀਦਾ, ਇੱਕ ਬੇਬੀ ਤਲਾਬ ਬਣਨਾ ਚਾਹੀਦਾ, ਠੀਕ ਹੈ, ਜਿਹਦੇ ਵਿੱਚ 15 ਕਿਊਬਿਕ ਫੁੱਟ ਤੋਂ ਘੱਟ ਪਾਣੀ ਹੋਵੇ, ਉਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਕਹਿੰਦੇ ਮੋਹਿਤ ਕੋਲ ਚੁਣਨ ਲਈ ਇੱਕ ਬੇਬੀ ਪੂਲ ਦੇ ਵੱਖ-ਵੱਖ ਮਾਡਲ ਨੇ, ਤਾਂ ਉਹਨਾਂ ਵਿੱਚੋਂ ਦੱਸਣਾ ਕਿਹੜਾ ਸਭ ਤੋਂ ਵਧੀਆ ਚੂਜ਼ ਕਰੂਗਾ ਉਹ, ਠੀਕ ਹੈ। ਤਾਂ ਹੁਣ ਪਹਿਲੀ ਆਪਣੇ ਕੋਲ 15 ਕਿਊਬਿਕ ਫੁੱਟ ਤੋਂ ਘੱਟ ਵਾਲਾ ਲੈਣਾ, ਤਾਂ ਆਪਾਂ ਸੋਲਵ ਕਰਕੇ ਦੇਖ ਲੈਂਦੇ ਹਾਂ। ਆਇਤਨ 5 ਗੁਣਾ 5 25 ਗੁਣਾ 1 25 ਬਣ ਗਿਆ। ਤਾਂ ਆਪਾਂ ਨੇ ਤਾਂ 15 ਤੋਂ ਘੱਟ ਲੈਣਾ ਹੈ, ਤਾਂ ਪਹਿਲਾਂ ਤਾਂ ਆਉਂਦਾ ਨਹੀਂ ਜੀ। ਫਿਰ ਆਪਾਂ ਤੀਸਰਾ ਦੇਖਦੇ ਹਾਂ, 4 ਗੁਣਾ 2 8 8 ਗੁਣਾ 2 16, ਇਹ ਵੀ 15 ਤੋਂ ਜ਼ਿਆਦਾ ਹੋ ਗਿਆ। ਚੌਥਾ ਆਪਸ਼ਨ ਦੇਖੋ 3 ਦੂਣਾ 6 6 ਤੀਏ 18, ਇਹ ਵੀ 15 ਤੋਂ ਜ਼ਿਆਦਾ ਹੋ ਗਿਆ। ਹੁਣ ਆਪਾਂ ਸੈਕਿੰਡ ਆਪਸ਼ਨ ਦੇਖਦੇ ਹਾਂ, 4 ਤੀਏ 12 12 ਗੁਣਾ 1 12, ਤਾਂ ਇਹ ਆਪਣੇ ਕੋਲ 15 ਕਿਊਬਿਕ ਫੁੱਟ ਤੋਂ ਘੱਟ ਹੋ ਗਿਆ। ਤਾਂ ਆਪਣੇ ਕੋਲ ਦੂਸਰਾ ਆਪਸ਼ਨ ਜਿਹੜਾ ਹੋਊਗਾ ਉਹਦੇ ਕੋਲੇ ਬੇਬੀ ਪੂਲ ਬਣਾਉਣ ਦਾ ਬੈਸਟ ਜਿਹੜਾ ਆਪਣੇ ਕੋਲ ਵਿਕਲਪ ਹੋਊਗਾ। ਤਾਂ ਸੈਕਿੰਡ ਆਪਸ਼ਨ ਇਸ ਦਾ ਬੇਟਾ ਸਹੀ ਆਂਸਰ ਆ ਜਾਏਗਾ। ਆਈ ਹੋਪ ਬੇਟਾ ਤੁਹਾਨੂੰ ਸਾਰੇ ਕੁਐਸਚਨ ਈਜ਼ੀਲੀ ਸਮਝ ਆਏ ਹੋਣਗੇ। ਇਸ ਦੇ ਨਾਲ ਤੁਸੀਂ ਹੋਰ ਇਸ ਦੇ ਨਾਲ ਦੇ ਕੁਐਸਚਨ ਜ਼ਰੂਰ ਬੱਚੇ ਪ੍ਰੈਕਟਿਸ ਕਰਨੇ ਹੈ। ਅਗਰ ਤੁਹਾਨੂੰ ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।